ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ PSSB ਨੇ ਕਾਫੀ ਸਾਰੇ ਆਪਦੀਆਂ ਪੋਸਟਾਂ ਦਾ ਜੋ 2022 ਦੇ ਵਿੱਚ ਫਾਰਮ ਭਰੇ ਜਾ ਚੁੱਕੇ ਨੇ ਜਾਂ ਭਰੇ ਜਾ ਰਹੇ ਨੇ, ਉਹਦਾ ਸਿਲੇਬਸ ਜਾਰੀ ਕਰ ਦਿੱਤਾ ਗਿਆ ਵਾ, ਜਿਹਦੇ ਵਿੱਚ ਕਿ ਜ਼ਿਆਦਾਤਰ ਪੋਸਟਾਂ ਦਾ ਸਿਲੇਬਸ 120 ਨੰਬਰ ਦਾ, ਜਿਹਦੇ ਵਿੱਚੋਂ ਕਿ 50 ਨੰਬਰ ਦੀ GK ਕਰੰਟ ਅਫੇਅਰ ਤੇ ਨਾਲ ਹੀ ਪੰਜਾਬ GK ਆਏਗੀ। ਹੁਣ ਇਹਦੇ ਵਿੱਚ ਦੇਖਣਯੋਗ ਗੱਲ ਇਹ ਆ ਕਿ ਜਿਹੜੇ 2021 ਦੇ ਵਿੱਚ ਪੇਪਰ ਹੋਏ ਸੀ, ਉਹਦੇ ਵਿੱਚ PSSB ਦੇ ਜੋ ਵੇਟੇਜ ਰਹਿੰਦੀ ਸੀ ਉਹ 15 ਨੰਬਰ ਜਾਂ 20 ਨੰਬਰ ਦੀ GK ਦੀ ਵੇਟੇਜ ਰਹਿੰਦੀ ਸੀ। ਇਸ ਵਾਰ ਸਿਰਫ GK ਦੀ ਵੇਟੇਜ ਇਹਨਾਂ ਨੇ 30 ਕਰਤੀ ਹੋਈ ਆ, GK ਤੇ ਕਰੰਟ ਅਫੇਅਰ ਮਿਲਾ ਕੇ, ਤੇ 20 ਨੰਬਰ ਦੀ ਵੇਟੇਜ ਇਹਨਾਂ ਨੇ ਪੰਜਾਬ GK ਦੀ ਕਰਤੀ ਹੋਈ ਆ। ਸੋ ਉਹਦੇ ਲਈ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਇਸ ਵਾਰ, ਕਿਉਂਕਿ 2021 ਦੇ ਵਿੱਚ ਜ਼ਿਆਦਾ ਕਰੰਟ ਅਫੇਅਰ ਨਹੀਂ ਪੁੱਛ ਰਿਹਾ ਸੀ PSSB, ਸਿਰਫ ਅਗਰ 20 ਨੰਬਰ ਦੀ GK ਸੀ ਤਾਂ ਇੱਕ ਜਾਂ ਦੋ ਹੀ ਕਰੰਟ ਅਫੇਅਰ ਆ ਰਹੇ ਸੀ, ਉਹ ਵੀ ਬਹੁਤ ਸੌਖੇ ਲੈਵਲ ਦੇ। ਤਾਂ ਅੱਜ ਆਪਾਂ ਇਹੀ ਚੀਜ਼ ਦੇਖਣੀ ਆ ਕਿ ਇਹਦੇ ਵਿੱਚ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਜੇਕਰ 30 ਨੰਬਰ ਦਾ ਬਾਅਦ ਤਾਂ 5 ਕੁਐਸਚਨ ਕਰੰਟ ਅਫੇਅਰਸ ਤੋਂ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ, ਕਿਉਂਕਿ 2021 ਤੋਂ ਪਹਿਲਾਂ ਜਿਹੜੇ 2016 ਦੇ ਵਿੱਚ ਪੇਪਰ ਲਏ ਸੀ PSSB ਨੇ, ਉਹਦੇ ਵਿੱਚ ਥੋੜਾ ਜਿਹਾ ਫੋਕਸ ਕਰਦੀ ਹੁੰਦੀ ਸੀ PSSB ਕਰੰਟ ਅਫੇਅਰ ਤੇ, ਪਰ 2021 ਚ ਥੋੜਾ ਜਿਹਾ ਕਰੰਟ ਅਫੇਅਰ ਘੱਟ ਪੁੱਛਿਆ ਸੀ ਉਹਨਾਂ ਨੇ, ਤਾਂ ਸਟੈਟਿਕ GK ਤੇ ਥੋੜਾ ਜ਼ਿਆਦਾ ਫੋਕਸ ਕੀਤਾ ਸੀ। ਸੋ ਇਸ ਵਾਰ ਇਹਨਾਂ ਨੇ ਜੋ ਸਬਜੈਕਟ ਆਪਾਂ ਦੇਖੇ ਹੀ ਹੋਏ ਨੇ ਕਿ ਸਾਰਾ ਦਾ ਸਾਰਾ ਜੋ ਸਿਲੇਬਸ ਆ ਉਹ ਇਹਨਾਂ ਨੇ PPSC ਦਾ ਹੀ ਕਾਪੀ ਮਾਰਿਆ ਹੋਇਆ ਵਾ। ਮਤਲਬ ਕਿ PPSC ਨਾਇਬ ਤਹਿਸੀਲਦਾਰ ਜਿੰਨੇ ਔਖੇ ਕਰੰਟ ਅਫੇਅਰ ਜਾਂ ਕੁਐਸਚਨ ਤਾਂ ਨਹੀਂ ਆਉਣਗੇ, ਬਟ ਅਗਰ ਆਪਾਂ ਦੇਖੀਏ ਤਾਂ ਪੇਪਰ ਦੇ ਵਿੱਚ ਵੇਟੇਜ ਸਾਰਿਆਂ ਦੀ ਵੰਡ ਕੇ ਆ ਸਕਦਾ ਕਿ 3-4 ਕੁਐਸਚਨ ਪੋਲਿਟੀ ਦੇ ਆ ਗਏ, 3-4 ਕੁਐਸਚਨ ਤੁਹਾਡੇ ਆ ਜਾਣਗੇ ਮਾਡਰਨ ਹਿਸਟਰੀ ਦੇ, 3-4 ਕੁਐਸਚਨ ਉਹ ਪੰਜਾਬ GK ਦੇ ਵਿੱਚੋਂ 14 ਸੈਂਚੁਰੀ ਔਨਵਰਡ ਪਾ ਦੇਣਗੇ, ਨਾਲ ਹੀ 4-5 ਕੁਐਸਚਨ ਤੁਹਾਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਇੰਪੋਰਟੈਂਸ ਦੇ ਅਕੋਰਡਿੰਗ ਕਰੰਟ ਅਫੇਅਰ ਦੇ ਪਾ ਦੇਣਗੇ। ਠੀਕ ਆ, ਸੋ ਇਸ ਤਰ੍ਹਾਂ ਡਿਵਾਈਡ ਹੋ ਕੇ ਚੱਲੇਗਾ ਸਾਰਾ। ਸੋ ਇਸ ਲਈ ਹੀ ਆਪਾਂ, ਤੁਸੀਂ ਚਾਹੇ ਕਿਤੋਂ ਮਰਜ਼ੀ ਤਿਆਰੀ ਕਰ ਰਹੇ ਹੋ, ਕਿਸੇ ਵੀ ਪਲੇਟਫਾਰਮ ਤੋਂ ਤਿਆਰੀ ਕਰ ਰਹੇ ਹੋ, ਤਾਂ ਜ਼ਰੂਰੀ ਆ ਕਿ ਜਿਹੜੇ ਕਰੰਟ ਅਫੇਅਰ ਨੇ, ਕਰੰਟ ਅਫੇਅਰ ਤੁਹਾਡੇ ਥੋੜੇ ਬਹੁਤ ਨਾਲ ਹੋਣੇ ਚਾਹੀਦੇ, ਉਹਦੇ ਨਾਲ ਤੁਹਾਡੀ ਸਟੈਟਿਕ GK ਵੀ ਕਵਰ ਹੋਏਗੀ। ਸੋ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ 1 ਤੋਂ ਲੈ ਕੇ 10 ਜੂਨ ਤੱਕ। ਸੋ ਆਪਾਂ 7 ਦਿਨ ਜਾਂ 10 ਦਿਨ ਦੇ ਇਕੱਠੇ ਕਰਿਆ ਕਰਾਂਗੇ, ਤਾਂ 1 ਜੂਨ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਅਜੇ ਆਪਾਂ ਨੂੰ ਪੇਪਰ ਦਾ ਕੋਈ ਆਈਡੀਆ ਨਹੀਂ ਕਿ ਕਦੋਂ ਹੋਵੇਗਾ। ਠੀਕ ਹੈ ਜੀ, ਸੋ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਪਹਿਲਾ। ਸੋ ਇਹਦੇ ਵਿੱਚ ਚਾਹੇ ਤੁਸੀਂ ਕਿਤੋਂ ਹੋਰ ਵੀ ਤਿਆਰੀ ਕਰ ਰਹੇ ਹੋ, ਨਾਲ ਦੀ ਨਾਲ ਤੁਹਾਨੂੰ ਇਹ ਵੀ ਪਤਾ ਲੱਗੀ ਜਾਏਗਾ ਕਿ ਹਾਂਜੀ ਇਹਦੇ ਵਿੱਚ ਤੁਹਾਡੇ ਇਹ MCQ ਸੋਲਵ ਹੋ ਰਹੇ ਨੇ ਕਿ ਨਹੀਂ, ਕਿਉਂਕਿ ਨਾਲ ਆਪਾਂ 7 ਤੋਂ 10 ਸੈਕਿੰਡ ਦਾ ਟਾਈਮ ਤੁਹਾਨੂੰ ਦਵਾਂਗੇ ਸੋਚਣ ਲਈ। ਦੇਖੋ ਜੀ, ਪਹਿਲਾ MCQ ਆ ਗਿਆ ਜੀ, ਪ੍ਰਧਾਨ ਮੰਤਰੀ ਨੇ ਹੇਠ ਲਿਖਿਆ ਵਜੋਂ ਕਿਹੜੇ ਰਾਜ ਵਿੱਚ, ਕਲੋਲ ਦੇ ਵਿੱਚ, ਠੀਕ ਆ, ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ, ਇਫਕੋ ਜਿਹਨੂੰ ਆਪਾਂ ਕਹਿ ਦਿੰਦੇ ਆ, ਠੀਕ ਆ, ਕਲੋਲ ਦੇ ਵਿੱਚ, ਤਾਂ ਇਹਨਾਂ ਦੇ ਵਿੱਚੋਂ ਵਿਸ਼ਵ ਦੇ ਪਹਿਲੇ ਨੈਨੋ ਯੂਰੀਆ ਤਰਲ, ਠੀਕ ਹੈ ਜੀ, ਨੈਨੋ ਯੂਰੀਆ, ਠੀਕ ਹੈ, ਨੈਨੋ ਯੂਰੀਆ ਲਿਕੁਇਡ ਪਲਾਂਟ ਆਪਾਂ ਉਦਘਾਟਨ ਕੀਤਾ ਵਾ ਇਹਨਾਂ ਨੇ। ਬਿਹਾਰ, ਗੁਜਰਾਤ, ਰਾਜਸਥਾਨ ਜਾਂ ਹਰਿਆਣਾ। ਤਾਂ ਤੁਹਾਨੂੰ ਆਪਾਂ ਸਿਰਫ ਥੋੜਾ ਜਿਹਾ ਟਾਈਮ ਦੇਵਾਂਗੇ, ਜ਼ਿਆਦਾ ਆਪਾਂ ਤੁਹਾਨੂੰ ਟਾਈਮ ਨਹੀਂ ਦੇਵਾਂਗੇ, 5 ਤੋਂ 7 ਸੈਕਿੰਡ ਦਾ ਹੀ ਟਾਈਮ ਦੇਵਾਂਗੇ, ਕਿਉਂਕਿ ਆਪਾਂ 50 ਕੁਐਸਚਨ ਕਰਨੇ ਆ। ਸੋ ਸਿਰਫ ਨਾਲ ਆਪਾਂ ਥੋੜੀ ਬਹੁਤ ਐਕਸਪਲੇਨੇਸ਼ਨ ਵੀ ਕਰਾਂਗੇ। ਲਓ ਜੀ, ਦੇਖੋ ਜੀ, ਇਹਦਾ ਪਹਿਲਾਂ ਤਾਂ ਸਹੀ ਆਨਸਰ ਬਣਦਾ ਪਿਆ ਜੀ ਗੁਜਰਾਤ, B ਆਨਸਰ ਇਹਦਾ ਸਹੀ ਬਣਦਾ ਪਿਆ। ਹੁਣ ਇਹਦੇ ਬਾਰੇ ਆਪਾਂ ਥੋੜਾ ਜਿਹਾ ਪੜ੍ਹਦੇ ਹਾਂ। ਹੁਣ ਜਿਹੜਾ ਨੈਨੋ ਯੂਰੀਆ ਲਿਕੁਇਡ ਪਲਾਂਟ ਇਹਨਾਂ ਦੀ ਗੱਲ ਕਰ ਰਹੇ ਨੇ, ਠੀਕ ਆ, ਇਹ ਨੈਨੋ ਯੂਰੀਆ ਲਿਕੁਇਡ ਪਲਾਂਟ ਇਹ ਕਲੌਲ ਦੇ ਵਿੱਚ ਜਿੱਦਾਂ ਕਿ ਆਪਾਂ ਨੂੰ ਪਤਾ ਕਿ ਗੁਜਰਾਤ ਦੇ ਵਿੱਚ ਸਥਿਤ ਆ। ਪਹਿਲੀ ਗੱਲ ਤਾਂ ਇਹ ਹੋ ਗਈ ਬਾਈ ਇਫਕੋ, ਠੀਕ ਹੈ ਜੀ, ਇਫਕੋ ਦੇ ਦੁਆਰਾ ਇਹ ਕੀਤਾ ਗਿਆ ਵਾ, ਠੀਕ ਹੈ ਜੀ, ਸਥਾਪਿਤ। ਤੇ ਹੁਣ ਇਹਦੇ ਵਿੱਚ ਨਾ ਇੱਕ ਕੁਐਸਚਨ ਤੁਹਾਡਾ ਹੋਰ ਵੀ ਬਣਦਾ ਕਿ ਜਿਹੜੇ ਇਫਕੋ ਦੇ ਜਿਹੜੇ ਚੇਅਰਮੈਨ ਨੇ, ਇਹ ਵੀ ਕੁਐਸਚਨ ਤੁਹਾਡਾ ਬਣ ਸਕਦਾ ਕਿ ਇਫਕੋ ਦੇ ਇਸ ਟਾਈਮ ਦੇ ਉੱਤੇ ਚੇਅਰਮੈਨ ਕੌਣ ਨੇ। ਇਫਕੋ ਦੇ ਚੇਅਰਮੈਨ ਨੇ ਜੀ ਇਸ ਟਾਈਮ ਦੇ ਉੱਤੇ ਦਲੀਪ ਸੰਘਾਈ, ਠੀਕ ਹੈ ਜੀ, ਦਲੀਪ ਸੰਘਾਨੀ ਇਹਨਾਂ ਦਾ ਨਾਮ ਆ, ਠੀਕ ਆ। ਸੋ ਦਲੀਪ ਸੰਘਾਨੀ ਇਫਕੋ ਦੇ ਇਸ ਟਾਈਮ ਦੇ ਉੱਤੇ ਚੇਅਰਮੈਨ ਨੇ। ਹੁਣ ਨੈਕਸਟ ਕੁਐਸਚਨ ਦੇ ਵੱਲ ਵਧਦੇ ਹਾਂ ਜੀ ਆਪਣਾ। ਭਾਰਤ ਦੇ ਭੂ ਵਿਗਿਆਨਿਕ ਸਰਵੇਖਣ ਅਨੁਸਾਰ, ਮਤਲਬ ਕਿ ਉਹਨਾਂ ਨੇ ਪੁੱਛ ਲਿਆ ਹੋਇਆ ਕਿ ਪੰਜਾਬ ਸਟੇਟ ਦੇ ਵਿੱਚ, ਵਿਚ ਸਟੇਟ ਦੇ ਵਿੱਚ ਇੰਡੀਆ ਦਾ ਲਾਰਜੈਸਟ 골ਡ ਰਿਜ਼ਰਵ ਅਕੋਰਡਿੰਗ ਟੂ ਜੀਓਲੋਜੀਕਲ ਸਰਵੇ ਆਫ ਇੰਡੀਆ ਵਾ। ਝਾਰਖੰਡ ਵਾ, ਬਿਹਾਰ ਵਾ, UP ਵਾ ਜਾਂ ਗੁਜਰਾਤ ਵਾ। ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ। ਸੋ ਪੇਪਰ ਦੇ ਵਿੱਚ ਇਦਾਂ ਦੇ ਹੀ ਕੁਐਸਚਨ ਬਣਦੇ ਹੁੰਦੇ ਨੇ। ਸੋ ਤੁਸੀਂ ਦੱਸਣਾ ਵਾ ਕਿ ਇਹਦੇ ਵਿੱਚ ਕਿਹੜਾ ਆਨਸਰ ਇਹਦਾ ਆਪਣਾ ਸਹੀ ਬਣਦਾ ਵਾ, ਕਿੱਥੇ ਬਣੇਗਾ ਜੀ। ਸੋ ਇਹ ਜਿਹੜਾ ਆਪਣਾ ਲਾਰਜੈਸਟ 골ਡ, ਅਗਰ ਆਪਾਂ ਸਭ ਤੋਂ ਵੱਧ ਸੋਨੇ ਦਾ ਭੰਡਾਰ ਵੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ, 골ਡ ਰਿਜ਼ਰਵ ਦਾ ਮਤਲਬ ਸੋਨੇ ਦਾ ਭੰਡਾਰ ਇਸ ਟਾਈਮ ਦੇ ਉੱਤੇ ਅਕੋਰਡਿੰਗ ਟੂ ਜੀਓਲੋਜੀਕਲ ਸਰਵੇ ਆਫ ਇੰਡੀਆ ਦੇ ਅਕੋਰਡਿੰਗ ਕਿਹੜਾ ਆ ਗਿਆ ਜੀ, ਇਹ ਆ ਗਿਆ ਜੀ ਆਪਣਾ ਬਿਹਾਰ। ਇਹਦਾ ਬਿਲਕੁਲ ਸਹੀ ਬਣਦਾ ਪਿਆ, ਠੀਕ ਹੈ ਜੀ। ਬਿਹਾਰ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇਹ ਬਿਹਾਰ ਨੂੰ ਅਨਾਉਂਸ ਕੀਤਾ ਵਾ ਲਾਰਜੈਸਟ ਇਹ, ਠੀਕ ਹੈ। ਹੁਣ ਅਗਰ ਆਪਾਂ ਨੂੰ ਪੁੱਛਿਆ ਜਾਵੇ ਕਿ ਸਭ ਤੋਂ ਵੱਧ 골ਡ ਉਤਪਾਦਨ, ਜਿਹੜਾ 골ਡ ਦਾ ਆਪਾਂ ਗੱਲ ਕਰੀਏ ਜਾਂ 골ਡ ਪ੍ਰੋਡਿਊਸਰ ਦੇਸ਼ ਹੈ, ਠੀਕ ਹੈ, ਇਹਦਾ 골ਡ ਰਿਜ਼ਰਵ ਆ, ਮਤਲਬ ਭੰਡਾਰ ਹੋ ਗਿਆ। 골ਡ ਪ੍ਰੋਡਿਊਸਰ ਦੀ ਅਗਰ ਆਪਾਂ ਗੱਲ ਕਰੀਏ, ਮਤਲਬ ਉਤਪਾਦਨ ਸਭ ਤੋਂ ਵੱਧ ਕਰਨਾਟਕ ਦੇ ਵਿੱਚ, ਕਰਨਾਟਕ ਨੰਬਰ 1 ਦੇ ਉੱਤੇ ਆ ਆਪਣੇ ਇੰਡੀਆ ਦੇ ਵਿੱਚ, ਠੀਕ ਆ। ਤੇ ਨੈਕਸਟ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜੇਕਰ ਆਪਾਂ ਨੂੰ ਪੁੱਛ ਲਵੇ ਕਿ ਵਰਲਡ ਦਾ ਪੁੱਛ ਲੈਣ ਕਿ ਵਰਲਡ ਦਾ ਸਭ ਤੋਂ ਵੱਧ 골ਡ ਉਤਪਾਦਕ ਦੇਸ਼ ਕਿਹੜਾ ਵਾ, ਤਾਂ ਵਰਲਡ ਦਾ ਹੈਗਾ ਜੀ ਆਪਣਾ ਚਾਈਨਾ, ਠੀਕ ਆ। ਆਹ ਤਾਂ ਆਪਾਂ ਕਰ ਹੀ ਲਿਆ ਕਿ ਬਿਹਾਰ ਵਾ। ਬਿਹਾਰ ਦਾ ਵੀ ਅਗਰ ਆਪਾਂ ਗੱਲ ਕਰੀਏ ਜਾਮੁਲ।
ਸੋ ਇਹ ਸਾਰੇ ਕੁਐਸਚਨ ਤੁਹਾਡੇ ਨਾਲ ਦੀ ਨਾਲ ਕਵਰ ਹੋ ਰਹੇ ਨੇ। ਨੈਕਸਟ ਕੁਐਸਚਨ ਵੱਲ ਵਧਦੇ ਹਾਂ ਆਪਾਂ ਜੀ। ਹੁਣ ਨੈਕਸਟ ਕੁਐਸਚਨ ਪੁੱਛਿਆ ਜੀ ਇਹਨਾਂ ਨੇ, ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਨੋ ਤੰਬਾਕੂ ਦਿਵਸ, ਮਤਲਬ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵਰਲਡ ਨੋ ਤੰਬਾਕੂ ਡੇ ਅਵਾਰਡ ਕਿਹਨੂੰ ਦਿੱਤਾ ਵਾ, ਕਿਹੜੇ ਮਤਲਬ ਇਸ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਦਿੱਤਾ ਵਾ? ਝਾਰਖੰਡ ਨੂੰ ਦਿੱਤਾ, ਬਿਹਾਰ ਨੂੰ ਦਿੱਤਾ, ਤਾਮਿਲਨਾਡੂ ਨੂੰ ਦਿੱਤਾ ਜਾਂ ਯੂਪੀ ਨੂੰ ਦਿੱਤਾ? ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ, ਸੋ ਇਹ ਵੀ ਤੁਹਾਨੂੰ ਹੋਣਾ ਚਾਹੀਦਾ ਵਾ ਆਨਸਰ ਤੁਹਾਡਾ, ਠੀਕ ਹੈ ਜੀ। ਤੰਬਾਕੂ ਦਾ ਉਹਨਾਂ ਨੇ ਪੁੱਛਿਆ ਵਾ, ਦੱਸੋ ਜੀ। ਸੋ ਬਿਲਕੁਲ ਸਹੀ ਜੀ, ਇਹਦਾ ਆਨਸਰ ਬਣਦਾ ਪਿਆ ਵਾ ਜੀ ਸਾਡਾ ਝਾਰਖੰਡ। ਝਾਰਖੰਡ ਨੂੰ ਵਰਲਡ ਨੋ ਤੰਬਾਕੂ ਅਵਾਰਡ 2022 ਦੇ ਨਾਲ ਸਨਮਾਨਿਤ ਕੀਤਾ ਗਿਆ। ਇੱਕ ਚੀਜ਼ ਹੋਰ, WHO, ਠੀਕ ਆ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਗੱਲ ਹੋ ਰਹੀ ਆ। ਇੱਕ ਚੀਜ਼ ਤੁਸੀਂ ਹੋਰ ਜ਼ਰੂਰੀ ਧਿਆਨ ਰੱਖਣੀ ਆ, ਜਿਹੜੀ ਕਿ ਮੋਸਟ ਇੰਪੋਰਟੈਂਟ ਬਣਦੀ ਆ। ਦੇਖੋ ਜੀ, ਇਹਦੇ ਵਿੱਚ ਨਾ ਜ਼ਿਆਦਾਤਰ ਮੋਸਟਲੀ ਜਿੱਦਾਂ ਕਿ ਹੁਣ ਪੇਪਰ ਦੇ ਵਿੱਚ ਕੁਐਸਚਨ ਬਣਦੇ ਨੇ, ਦੇਖੋ ਇਦਾਂ ਦੇ ਕੁਐਸਚਨ এনवायरमेंट ਦੇ ਨਾਲ ਰਿਲੇਟਡ ਹੋ ਗਏ, ਸਪੋਰਟਸ ਦੇ ਨਾਲ ਰਿਲੇਟਡ ਹੋ ਗਏ, ਅਪਾਇੰਟਮੈਂਟ ਹੋ ਗਈਆਂ, ਲਿਟਰੇਚਰ ਦੇ ਨਾਲ ਰਿਲੇਟਡ ਹੋ ਗਏ, ਸਿਨੇਮਾ ਦੇ ਨਾਲ ਰਿਲੇਟਡ ਹੋ ਗਏ, ਇਦਾਂ ਦੇ ਹੀ ਕੁਐਸਚਨ ਪੇਪਰ ਦੇ ਵਿੱਚ ਜ਼ਿਆਦਾਤਰ ਪੁੱਛੇ ਜਾਂਦੇ ਨੇ, ਠੀਕ ਆ। ਸੋ ਹੁਣ ਆਪਾਂ ਇਹ ਹੋ ਗਿਆ, ਤੇ ਇਹ ਮਨਾਇਆ ਕਦੋਂ ਜਾਂਦਾ ਵਾ? ਆਪਾਂ ਵਰਲਡ ਨੋ ਤੰਬਾਕੂ ਡੇ, ਮੇਰਾ ਤੁਹਾਨੂੰ ਡੇਜ਼ ਦੇ ਵਿੱਚ ਕਰਾਇਆ ਹੋਇਆ ਵਾ, 31 ਮਈ ਨੂੰ ਮਨਾਇਆ ਜਾਂਦਾ ਵਾ, ਠੀਕ ਆ। ਇਸ ਵਾਰ ਦਾ ਆਪਾਂ ਤੁਹਾਨੂੰ ਕਰਾਇਆ ਵਰਲਡ ਨੋ ਤੰਬਾਕੂ ਅਵਾਰਡ ਝਾਰਖੰਡ ਨੂੰ ਗਿਆ ਵਾ, ਠੀਕ ਆ। ਸੋ ਇਹ ਮੋਸਟ ਇੰਪੋਰਟੈਂਟ ਬਣਦਾ ਵਾ। ਜੇਕਰ ਇਹਦੀ ਆਪਾਂ ਥੀਮ ਦੀ ਗੱਲ ਕਰੀਏ ਤਾਂ ਇਹਦੀ ਥੀਮ ਕੀ ਆ ਜੀ? ਇਹਦੀ ਥੀਮ ਆ ਜੀ ਥ੍ਰੀਟ ਟੂ ਆਵਰ এনवायरमेंट, ਠੀਕ ਆ ਜੀ। ਥ੍ਰੀਟ ਟੂ ਆਵਰ এনवायरमेंट ਇਹਦੀ ਵਰਲਡ ਨੋ ਤੰਬਾਕੂ ਡੇ ਦੀ ਥੀਮ ਸੀ, ਠੀਕ ਹੈ ਜੀ। ਸੋ ਇਹੋ ਜਿਹੇ ਕੁਐਸਚਨ ਹੀ ਮੇਨ ਬਣਦੇ ਨੇ, ਠੀਕ ਹੈ। 1 ਜੂਨ ਨੂੰ ਇੱਕ ਹੋਰ ਕੁਐਸਚਨ ਬਣਦਾ ਹੁੰਦਾ, ਵੈਸੇ ਮੇਰਾ ਤੁਹਾਨੂੰ ਕਰਵਾਇਆ, ਫਿਰ ਵੀ ਤੁਹਾਨੂੰ ਮੈਂ ਰਿਵੀਜ਼ਨ ਕਰਵਾ ਦਿੰਦਾ ਮੈਂ ਨਾਲ ਦੀ ਨਾਲ, ਕਿ ਵਰਲਡ ਮਿਲਕ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ? ਵਰਲਡ ਮਿਲਕ ਡੇ 1 ਜੂਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਵਾ, ਠੀਕ ਹੈ ਜੀ। ਸੋ ਇਹ ਵਾਲੇ ਐਡੀਸ਼ਨਲ ਫੈਕਟ ਤੁਸੀਂ ਆਪਦਾ ਕਾਪੀ ਤੇ ਵੀ ਲਿਖ ਸਕਦੇ ਹੋ ਤੇ ਯਾਦ ਵੀ ਕਰ ਸਕਦੇ ਹੋ, ਠੀਕ ਹੈ। ਸੋ ਵੈਸੇ ਤਾਂ ਇਹਨਾਂ ਦੇ ਵਿੱਚੋਂ ਕਾਫੀ ਮੇਰਾ ਪਹਿਲਾਂ ਕਰਵਾਇਆ ਵੀ ਹੋਊਗਾ, ਸੋ ਨਾਲ ਦੀ ਨਾਲ ਤੁਹਾਡਾ ਰਿਵੀਜ਼ਨ ਹੋਈ ਜਾਏਗੀ। ਹੁਣ ਜੀ, ਕੇਂਦਰੀ ਮੰਤਰੀ ਆਪਣੇ ਜਿਹੜੇ ਯੂਨੀਅਨ ਮਿਨਿਸਟਰ ਆ, ਠੀਕ ਆ, ਜਤਿੰਦਰ ਸਿੰਘ ਨੇ ਉੱਤਰ ਭਾਰਤ ਦੇ ਪਹਿਲੇ ਉਦਯੋਗਿਕ ਬਾਇਓਟੈਕ ਪਾਰਕ ਦਾ ਉਦਘਾਟਨ ਕੀਤਾ। ਕਿਹੜੇ ਰਾਜ ਯੂਟੀ ਦੇ ਵਿੱਚ ਕੀਤਾ, ਠੀਕ ਆ। ਇਹ ਵੀ ਮੋਸਟ ਇੰਪੋਰਟੈਂਟ ਬਣਦਾ ਵਾ, ਠੀਕ ਆ ਜੀ। ਸੋ ਬਾਇਓਟੈਕ ਫਸਟ ਇੰਡਸਟਰੀਅਲ ਬਾਇਓਟੈਕ ਪਾਰਕ ਕਿੱਥੇ ਇਹਨਾਂ ਨੇ ਇਨੈਗੂਰੇਟ ਕੀਤਾ? ਯੂਪੀ ਦੇ ਵਿੱਚ, ਦਿੱਲੀ 'ਚ, ਚੰਡੀਗੜ੍ਹ ਜਾਂ ਜੰਮੂ ਕਸ਼ਮੀਰ ਦੇ ਵਿੱਚ? ਸੋ ਇਹ ਵੀ ਕੁਐਸਚਨ ਤੁਹਾਡਾ ਇੰਪੋਰਟੈਂਟ ਬਣਦਾ ਵਾ, ਠੀਕ ਆ ਜੀ। ਸੋ ਇਹਦਾ ਆਨਸਰ ਬਣਦਾ ਵਾ ਜੀ ਜੰਮੂ ਐਂਡ ਕਸ਼ਮੀਰ। ਜੇਕਰ ਤੁਸੀਂ ਪਹਿਲਾਂ ਤੋਂ ਜੂਨ ਦੇ ਕੀਤੇ ਹੋਏ ਨੇ ਤਾਂ ਇਹ ਤੁਹਾਨੂੰ ਆਉਂਦਾ ਹੋਏਗਾ। ਹੁਣ ਆਪਾਂ ਇਹਦੇ ਬਾਰੇ ਥੋੜਾ ਜਿਹਾ ਪੜ੍ਹ ਲੈਂਦੇ ਹਾਂ, ਠੀਕ ਆ। ਜੰਮੂ ਕਸ਼ਮੀਰ ਪਹਿਲੀ ਗੱਲ ਤਾਂ ਇਹਦਾ ਆਨਸਰ ਬਣਦਾ ਵਾ। ਹੁਣ ਇੱਕ ਕੁਐਸਚਨ ਤੁਹਾਡਾ ਹੋਰ ਪੇਪਰ ਦੇ ਵਿੱਚ ਬਣੇਗਾ ਕਿ ਫਸਟ ਜਿਹੜਾ ਫਾਇਰ ਪਾਰਕ ਆ, ਫਸਟ ਫਾਇਰ ਪਾਰਕ, ਸੋ ਨਾਲ ਦੀ ਨਾਲ ਇਹ ਵਾਲੀਆਂ ਚੀਜ਼ਾਂ ਤੁਸੀਂ ਨੋਟ ਡਾਊਨ ਕਰ ਲਓ, ਠੀਕ ਆ ਜੀ। ਜਿਹੜਾ ਫਸਟ ਫਾਇਰ ਪਾਰਕ ਆ ਉਹ ਕਿੱਥੇ ਆ ਜੀ? ਉੜੀਸਾ ਦੇ ਵਿੱਚ ਬਣ ਰਿਹਾ। ਤੇ ਜੇਕਰ ਤੁਹਾਡਾ ਆਵੇ ਕਿ ਫਸਟ ਟਾਇਰ ਪਾਰਕ ਕਿੱਥੇ ਬਣ ਗਿਆ, ਠੀਕ ਆ। ਇਦਾਂ ਦੇ ਕੁਐਸਚਨ ਬਣਦੇ ਨੇ ਪੇਪਰ ਦੇ ਵਿੱਚ, ਠੀਕ ਆ ਜੀ। ਫਸਟ ਟਾਇਰ ਪਾਰਕ ਆ ਜਿਹੜਾ ਉਹ ਕਿੱਥੇ ਆ ਜੀ? ਵੈਸਟ ਬੰਗਾਲ ਦੇ ਵਿੱਚ, ਠੀਕ ਆ। ਸੋ ਇਦਾਂ ਦੇ ਕੁਐਸਚਨ ਤੁਹਾਡੇ ਪੇਪਰ ਦੇ ਵਿੱਚ ਬਣਨਗੇ। ਸੋ ਇਹ ਵਾਲੀਆਂ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਨੈਕਸਟ ਕਰਦੇ ਹਾਂ ਜੀ ਆਪਾਂ 5 ਨੰਬਰ ਕੁਐਸਚਨ। ਕਿਸ ਰਾਜ ਵਿੱਚ, ਕਿਹੜੇ ਰਾਜ ਦੇ ਵਿੱਚ ਇਹਨਾਂ 'ਚ ਡਾਕ ਵਿਭਾਗ ਨੇ ਪਹਿਲੀ ਵਾਰ ਡਰੋਨ ਦੀ ਵਰਤੋਂ ਕਰਕੇ ਨਾ ਇਹਨਾਂ ਨੇ ਡਾਕ ਭੇਜੀ, ਠੀਕ ਆ ਜੀ। ਸੋ ਇਹ ਵੀ ਮੋਸਟ ਇੰਪੋਰਟੈਂਟ ਬਣਦਾ ਵਾ, ਠੀਕ ਆ। ਜਦੋਂ ਇਦਾਂ ਦੇ ਕੋਈ ਵੀ ਸਾਇੰਸ ਐਂਡ ਟੈਕ ਤੋ ਜ਼ਿਆਦਾਤਰ ਨਾ ਤੁਸੀਂ ਦੇਖੋਗੇ ਕਿ ਜਿਹੜੇ ਆਪਣੇ, ਅਗਰ ਆਪਾਂ ਗੱਲ ਕਰੀਏ ਤਾਂ ਪੇਪਰ ਦੇ ਵਿੱਚ ਜੋ ਸਿਲੇਬਸ ਆਇਆ ਸੀ, ਜ਼ਿਆਦਾਤਰ ਬੱਚੇ ਜੋ এনवायरमेंट ਇਸ਼ੂ ਨੂੰ ਦੇਖ ਕੇ ਨਾਲ ਇਸ਼ੂ ਲਿਖਿਆ ਹੋਇਆ ਆ ਰਿਹਾ ਤੇ ਸਾਇੰਸ ਐਂਡ ਟੈਕਨੀਕਲ ਟੈਕਨੋਲੋਜੀ ਆਇਆ ਹੋਇਆ ਵਾ, ਤਾਂ ਉਹਦੇ ਵਿੱਚ ਕਿੱਦਾਂ ਦੇ ਕੁਐਸਚਨ ਬਣਨਗੇ? ਉੱਦਾਂ ਦੇ ਵਿੱਚ ਸਟੈਟਿਕ ਤਾਂ ਬਣਦੇ ਤਾਂ ਉਹਨੂੰ ਕਰੰਟ ਦੇ ਨਾਲ ਰਿਲੇਟਡ ਕਰਕੇ ਵੀ ਉਹ ਪੁੱਛ ਸਕਦੇ ਨੇ। ਜਿੱਦਾਂ ਕਿ ਹੁਣ ਆ ਡਰੋਨ ਦੀ ਮਦਦ ਦੇ ਨਾਲ ਪਹਿਲੀ ਵਾਰ ਇਹਨਾਂ ਨੇ ਕਿਹੜੇ ਸਟੇਟ ਨੇ ਮੇਲ ਡਿਲੀਵਰ ਕੀਤੀ ਆ, ਠੀਕ ਆ ਜੀ। ਸੋ ਮਤਲਬ ਕਿ ਡਾਕ ਭੇਜੀ ਆ ਡਰੋਨ ਦੀ ਵਰਤੋਂ ਨਾਲ। ਗੁਜਰਾਤ ਆ, ਤੇਲੰਗਾਨਾ ਵਾ, ਹਰਿਆਣਾ ਵਾ ਜਾਂ ਮੱਧ ਪ੍ਰਦੇਸ਼ ਆ? ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਨੇ ਇਹ। ਆਪਾਂ ਸਿਰਫ ਉਹੀ ਇੰਪੋਰਟੈਂਟ ਕੁਐਸਚਨ ਕਰ ਰਹੇ ਹਾਂ ਜਿਹੜੇ ਕਿ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਬਣਦੇ ਨੇ। ਵੈਸੇ ਆਪਾਂ ਇਦਾਂ ਨਹੀਂ ਕਿ ਕੋਈ ਉਦਾਂ ਦੇ ਕੁਐਸਚਨ ਕਰ ਰਹੇ ਹਾਂ ਕਿ ਜਿਹੜੇ ਪੇਪਰ ਦੇ ਵਿੱਚ ਤੁਹਾਡੇ ਲਈ ਇੰਪੋਰਟੈਂਟ ਬਣ ਹੀ ਨਾ, ਠੀਕ ਆ। ਸੋ ਇੰਪੋਰਟੈਂਟ ਬਣਦੇ ਨੇ। ਸੋ ਇਹਦਾ ਆਨਸਰ ਤੁਸੀਂ ਆਪਣਾ ਜ਼ਰੂਰ ਕਰਨਾ ਵਾ ਜੀ। ਸੋ ਬਿਲਕੁਲ ਸਹੀ ਜੀ, ਗੁਜਰਾਤ ਇਹਦਾ ਸਹੀ ਆਨਸਰ ਬਣਦਾ ਵਾ। ਇਦਾਂ ਦੇ ਹੀ ਕੁਐਸਚਨ ਪੇਪਰ ਦੇ ਵਿੱਚ ਬਣਦੇ ਨੇ। ਹੁਣ ਆਗੇ ਜੀ, ਅੱਗੇ ਮੋਨੈਕੋ ਦੀ F1 ਗ੍ਰੈਂਡ ਪ੍ਰੀ 2022 ਕਿਹਨੇ ਜਿੱਤੀ ਆ ਜੀ? ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ। ਸਰਜੀਓ ਪੈਰੇਜ਼ ਨੇ ਕੀਤੀ ਆ, ਜਾਰਜ ਓਨਟੈਂਗੋ ਨੇ ਕੀਤੀ ਆ, ਕਾਰਲੋਸ ਜ਼ੈਂਜ਼ ਜੂਨੀਅਰ ਨੇ ਕੀਤੀ ਆ, ਜਾਂ ਮੈਕਸ ਐਮੈਲੀਅਨ ਵਰਸਪੈਟਨ ਨੇ ਕੀਤੀ ਆ ਜੀ? ਦੱਸੋ ਜੀ। ਸੋ ਇਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਬਣਦੇ ਨੇ, ਠੀਕ ਹੈ ਜੀ। ਕਿਉਂਕਿ ਸਪੋਰਟਸ ਹੋ ਗਿਆ ਤਾਂ ਇਹੋ ਜਿਹੇ ਕੁਐਸਚਨ ਦਾ ਤੁਹਾਨੂੰ ਪੇਪਰ ਦੇ ਵਿੱਚ ਤੁਹਾਨੂੰ ਇਹਦੇ ਲਈ ਤਾਂ ਤਿਆਰ ਹੀ ਰਹਿਣਾ ਪੈਣਾ, ਕਿਉਂਕਿ ਇਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਇਹ ਹੀ ਕੁਐਸਚਨ ਬਣਦੇ ਹੁੰਦੇ ਨੇ, ਠੀਕ ਆ। ਸੋ ਇਹ ਵਾਲੀ ਜਿੱਤ ਹੀ ਆ ਜੀ ਆਪਣੀ ਸਰਜੀਓ ਪੈਰੇਜ਼ ਨੇ, ਠੀਕ ਹੈ ਜੀ। ਨੈਕਸਟ ਆਪਾਂ ਚੱਲਦੇ ਹਾਂ ਜੀ ਆਪਾਂ 7 ਨੰਬਰ ਕੁਐਸਚਨ। ਹੁਣ ਜੀ, ਪਾਕਿਸਤਾਨ ਦੀਆਂ ਸੇਵਾਵਾਂ ਲਈ ਦੇਖੋ ਇਹਨਾਂ ਨੇ ਕੀ ਕੁਐਸਚਨ, ਇਹੋ ਜਿਹੇ ਕੁਐਸਚਨ ਵੀ ਆ ਸਕਦਾ। ਪਾਕਿਸਤਾਨ ਦੀਆਂ ਸੇਵਾਵਾਂ ਲਈ ਕਿਹਨੂੰ 17 ਪਾਕਿਸਤਾਨ ਦੇ ਅਵਾਰਡ ਨਾਲ ਨਵਾਜਿਆ ਗਿਆ? ਬਾਬਰ ਏ ਆਜ਼ਮ, ਮੈਕਸ ਕੈਂਪਬੈਲ, ਸ਼ਾਹਿਦ ਅਫਰੀਦੀ ਜਾਂ ਆਪਣਾ ਡੈਰਨ ਸੈਮੀ? ਸੋ ਇਹ ਤੁਸੀਂ ਦੱਸਣਾ ਵਾ ਕਿ ਇਹਦੇ ਲਈ ਆਪਣਾ 17 ਪਾਕਿਸਤਾਨ ਕਿਹਨੂੰ ਨਵਾਜਿਆ ਗਿਆ ਵਾ ਜੀ। ਦੇਖੋ ਜੀ,
ਇਹ ਨਵਾਜਿਆ ਗਿਆ, ਪਹਿਲੀ ਗੱਲ ਤਾਂ ਵੈਸਟ ਇੰਡੀਜ਼ ਦੇ ਕ੍ਰਿਕਟਰ ਡੈਰਨ ਸੈਮੀ ਨੂੰ, ਤੁਹਾਨੂੰ ਪਤਾ ਹੀ ਹੋਊਗਾ, ਠੀਕ ਹੈ। ਇਹਨੂੰ ਨਵਾਜਿਆ ਗਿਆ ਸਿਤਾਰਾ ਏ ਪਾਕਿਸਤਾਨ। ਜਿੱਦਾਂ ਕਿ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਹੁੰਦਾ ਵਾ ਨਾ, ਵੀ ਭਾਰਤ ਰਤਨ ਆਪਾਂ ਕਹਿੰਦੇ ਹੁੰਦੇ ਆ, ਠੀਕ ਹੈ ਜੀ। ਭਾਰਤ ਰਤਨ ਨੂੰ ਆਪਾਂ ਸਰਵਉੱਚ ਨਾਗਰਿਕ ਸਨਮਾਨ ਕਹਿੰਦੇ ਹਾਂ। ਤਾਂ ਪਾਕਿਸਤਾਨ ਦਾ ਵੀ ਇੱਕ ਨਾਗਰਿਕ ਸਨਮਾਨ ਆ ਸਰਵਉੱਚ, ਜਿਹਨੂੰ ਆਪਾਂ ਕਹਿੰਦੇ ਆ ਨਿਸ਼ਾਨੇ ਪਾਕਿਸਤਾਨ। ਨਿਸ਼ਾਨ-ਏ ਪਾਕਿਸਤਾਨ ਕਹਿੰਦੇ ਆ ਜਿਹਨੂੰ, ਕਿ ਜਿਹੜਾ ਕਿ ਪਾਕਿਸਤਾਨ ਦਾ ਸਰਵਉੱਚ ਆਪਣਾ ਉਹ ਵਾ, ਠੀਕ ਹੈ ਜੀ। ਸੋ ਇਹ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਇਹ ਚੀਜ਼ਾਂ ਤੁਹਾਨੂੰ ਯਾਦ ਕਰਨੀਆਂ ਹੁੰਦੀਆਂ ਨੇ ਕਿ ਇਹਦੇ ਵਿੱਚ ਇਦਾਂ ਦੇ ਕੁਐਸਚਨ ਸਟੈਟਿਕ ਜੀਕੇ ਦੇ ਵਿੱਚ ਤੁਹਾਨੂੰ ਪੁੱਛ ਸਕਦੇ ਨੇ। ਨੈਕਸਟ ਆ ਗਿਆ ਜੀ, ਅਮਿਤ ਸ਼ਾਹ ਨੇ ਇਹਨਾਂ ਦੇ ਵਿੱਚੋਂ ਕਿਹੜੇ ਸ਼ਹਿਰ 'ਚ ਓਲੰਪਿਕ ਪੱਧਰ ਦੇ ਖੇਡ ਕੰਪਲੈਕਸ ਦੀ ਮਤਲਬ ਕਿ ਓਲੰਪਿਕ ਲੈਵਲ ਦੇ ਸਪੋਰਟਸ ਕੰਪਲੈਕਸ ਦੀ ਨੀਂਹ ਰੱਖਤੀ? ਦਿੱਲੀ, ਅਹਿਮਦਾਬਾਦ, ਯੂਪੀ ਜਾਂ ਕੋਟਾ? ਦੱਸੋ ਜੀ ਇਹਦੇ ਵਿੱਚ ਕਿਹੜਾ ਇਹਦੇ ਵਿੱਚ ਆਨਸਰ ਬਣੇਗਾ। ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ, ਇਹ ਵੀ ਤੁਸੀਂ ਆਨਸਰ ਦੇ ਸਕਦੇ ਹੋ ਇਹਦੇ ਵਿੱਚ ਕਿ ਓਲੰਪਿਕ ਲੈਵਲ ਦਾ ਜਿਹੜਾ ਸਪੋਰਟਸ ਆਪਣਾ ਵਾ ਕਿੱਥੇ ਇਹ ਹੋਇਆ ਵਾ, ਠੀਕ ਹੈ ਜੀ। ਸੋ ਇਹਦਾ ਬਿਲਕੁਲ ਸਹੀ ਆਨਸਰ ਬਣਦਾ ਜੀ ਅਹਿਮਦਾਬਾਦ ਦੇ ਵਿੱਚ ਓਲੰਪਿਕ ਲੈਵਲ ਦਾ ਸਪੋਰਟਸ ਕੰਪਲੈਕਸ ਦੀ ਨੀਂਹ ਰੱਖੀ ਹੈ ਇਹਨਾਂ ਨੇ, ਅਮਿਤ ਸ਼ਾਹ ਨੇ, ਠੀਕ ਹੈ। ਸੋ ਐਂ ਵੀ ਪੁੱਛ ਸਕਦੇ ਨੇ ਇਹ ਕਿ ਕਿੱਥੇ ਰੱਖੀ ਆ। ਨੈਕਸਟ ਆਪਾਂ ਕਰਦੇ ਹਾਂ ਜੀ 9 ਨੰਬਰ ਕੁਐਸਚਨ, ਕਿਹੜੀ ਰਾਜ ਸਰਕਾਰ ਨੇ, ਇਹਨਾਂ ਦੇ ਵਿੱਚੋਂ ਕਿਹੜੀ ਰਾਜ ਸਰਕਾਰ ਆ ਸਟੇਟ ਗਵਰਨਮੈਂਟ ਜਿਹਨੇ ਡਿਸਾਈਡ ਕੀਤਾ ਵਾ ਕਿ ਅਬੋਲਿਸ਼ ਕਰ ਦੇਣਗੇ ਫਿਜ਼ੀਕਲ ਸਟੈਂਪ ਪੇਪਰ ਐਂਡ ਲਾਂਚ ਕੀਤੀ ਆ ਈ ਸਟੈਂਪ? ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ, ਇਹ ਕਿਸੇ ਵੀ ਕੈਂਡੀਡੇਟ ਦਾ ਗਲਤ ਨਹੀਂ ਹੋਣਾ ਚਾਹੀਦਾ। ਹਰਿਆਣਾ, ਬਿਹਾਰ, ਰਾਜਸਥਾਨ ਜਾਂ ਪੰਜਾਬ, ਠੀਕ ਹੈ ਜੀ। ਸੋ ਕੋਈ ਵੀ ਇਦਾਂ ਦਾ ਕੁਐਸਚਨ ਹੁੰਦਾ ਵਾ ਤਾਂ ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਜ਼ਿਆਦਾਤਰ ਪੁੱਛੇ ਜਾਂਦੇ ਨੇ। ਸੋ ਕਰੰਟ ਅਫੇਅਰ ਦਾ ਇਹੀ ਹੁੰਦਾ ਕਿ ਜਦੋਂ ਵੀ ਆਪਾਂ ਕਿਤੇ ਵੀ ਕਰੰਟ ਅਫੇਅਰ ਕਰਦੇ ਤਾਂ ਕਰੰਟ ਅਫੇਅਰ ਕਰਨ ਲੱਗੇ ਆਪਾਂ ਇਹੀ ਚੀਜ਼ ਦਾ ਧਿਆਨ ਰੱਖਣਾ ਹੁੰਦਾ ਵਾ, ਠੀਕ ਹੈ ਜੀ, ਕਿ ਆਪਾਂ ਜਿਹੜੀ ਵੀ ਚੀਜ਼ ਆਪਾਂ ਕਰ ਰਹੇ ਹਾਂ ਤੇ ਉਹ ਕਿੰਨੀ ਇੰਪੋਰਟੈਂਟ ਬਣਦੀ ਪਈ ਆ, ਠੀਕ ਹੈ ਜੀ। ਸੋ ਇਹਦਾ ਆਨਸਰ ਬਣਦਾ ਪਿਆ ਜੀ ਪੰਜਾਬ, ਇਹਦਾ ਬਿਲਕੁਲ ਸਹੀ ਆਨਸਰ ਬਣਦਾ ਪਿਆ। ਸੋ ਪੰਜਾਬ ਦੇ ਪੁਆਇੰਟ ਆਫ ਵਿਊ ਨਾਲ ਇਹ ਇੰਪੋਰਟੈਂਟ ਬਣਦਾ ਪਿਆ, ਠੀਕ ਹੈ ਜੀ, ਕਿਉਂਕਿ ਪੰਜਾਬ ਦਾ ਕਰੰਟ ਅਫੇਅਰ ਆ। ਸੋ ਪੰਜਾਬ ਦੇ ਪੇਪਰਾਂ ਦੇ ਵਿੱਚ ਇਹ ਆ ਸਕਦਾ। ਹੁਣ ਉਹ ਕਹਿੰਦੇ ਜੀ ਇਹਨਾਂ ਦੇ ਵਿੱਚੋਂ ਕੌਣ ਆ ਜਿਹਨੇ ਕੰਟੀਨਿਊ ਕੀਤਾ ਯੂਨੀਸੈਫ ਦੇ ਗੁੱਡਵਿਲ ਅੰਬੈਸਡਰ ਆਫ ਦਾ 20ਵੇਂ ਸਾਲ, ਲਗਾਤਾਰ 20ਵੇਂ ਸਾਲ ਲਈ ਇਹਨਾਂ ਨੂੰ ਗੁੱਡਵਿਲ ਅੰਬੈਸਡਰ ਚੁਣਿਆ ਗਿਆ? ਸਚਿਨ ਤੰਦੂਲਕਰ, ਰਿੱਕੀ ਪੌਂਟਿੰਗ, ਕਪਿਲ ਦੇਵ ਜਾਂ ਵਸੀਮ ਅਕਰਮ, ਠੀਕ ਹੈ। ਯੂਨੀਸੈਫ ਦੇ ਆ, ਠੀਕ ਹੈ ਜੀ, ਯੂਨੀਸੈਫ ਦੀ ਹੋ ਰਹੀ ਹੈ ਗੱਲ। ਸੋ ਇਹਦਾ ਸਹੀ ਆਨਸਰ ਬਣਦਾ ਵਾ ਜੀ ਸਚਿਨ ਰਮੇਸ਼ ਤੰਦੂਲਕਰ, ਠੀਕ ਹੈ ਜੀ, ਸਚਿਨ ਤੰਦੂਲਕਰ। ਨੈਕਸਟ ਆ ਗਿਆ, ਕਿਹੜਾ ਕੰਪਿਊਟਰ ਆ ਇਹਨਾਂ ਦਾ ਜਿਹੜਾ ਕਿ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਸੁਪਰ ਕੰਪਿਊਟਰ ਬਣ ਗਿਆ? ਸੋ ਇਹ ਵੀ ਬਹੁਤ ਇੰਪੋਰਟੈਂਟ ਬਣਦਾ ਪਿਆ ਵਾ ਜੀ। ਫਰੰਟੀਅਰ ਆ, ਫੁਗਾਕੂ ਆ, ਪਰਮ ਸਿੱਧੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜਾਂ ਪਰਮ ਅਨੰਥਾ ਵਾ? ਦੱਸੋ ਜੀ। ਸੋ ਬਿਲਕੁਲ ਸਹੀ ਜੀ ਹੈ। ਜਾਂ ਫਰੰਟੀਅਰ ਆ ਇਹ ਯੂਐਸ ਬੇਸਡ ਆਪਣਾ ਯੂਐਸ ਦਾ ਵਾ, ਠੀਕ ਆ ਜੀ, ਯੂਐਸਏ ਦਾ ਆਪਣਾ ਕੰਪਿਊਟਰ ਆ ਜਿਹੜਾ ਕਿ ਸ਼ਕਤੀਸ਼ਾਲੀ ਕੰਪਿਊਟਰ ਬਣ ਗਿਆ। ਇਸ ਤੋਂ ਪਹਿਲਾਂ ਕਿਹੜਾ ਸੀ? ਜਾਪਾਨ ਦਾ ਫੁਗਾਕੂ, ਠੀਕ ਆ, ਜਾਪਾਨ ਦਾ ਫੁਗਾਕੂ। ਹੁਣ ਇਸ ਟਾਈਮ ਦਾ ਤਾਂ ਤੁਸੀਂ ਮੈਨੂੰ ਕੁਐਸਚਨ ਦਾ ਆਨਸਰ ਦੇਣਾ ਕਿ ਭਾਰਤ ਦਾ ਪਹਿਲਾ ਸੁਪਰ ਕੰਪਿਊਟਰ ਕਿਹੜਾ ਸੀ? ਪੇਪਰ ਦੇ ਵਿੱਚ ਕੁਐਸਚਨ ਰਿਪੀਟ ਹੁੰਦਾ ਵਾ, ਠੀਕ ਆ, ਕੰਪਿਊਟਰ ਦੇ ਵਿੱਚ ਰਿਪੀਟ ਹੋਊਗਾ ਇਹ। ਭਾਰਤ ਦਾ ਪਹਿਲਾ ਸੁਪਰ ਕੰਪਿਊਟਰ ਕਿਹੜਾ ਸੀ? ਪੇਪਰ ਦੇ ਵਿੱਚ ਇੱਕ ਵਾਰ ਇਹ ਰਿਪੀਟ ਹੋ ਵੀ ਚੁੱਕਿਆ ਵਾ ਕੁਐਸਚਨ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਵਾ। ਭਾਰਤ ਦੀ ਪਹਿਲੀ ਤਰਲ ਮਿਰਰ, ਠੀਕ ਆ ਜੀ, ਮਤਲਬ ਇੰਡੀਆ ਦੀ ਪਹਿਲੀ ਲਿਕੁਇਡ ਮਿਰਰ ਟੈਲੀਸਕੋਪ ਹੈਜ਼ ਬੀਨ ਕਮਿਸ਼ਨਡ, ਕਿੱਥੇ ਕਮਿਸ਼ਨ ਹੋਈ ਆ ਜੀ? ਰਾਜਸਥਾਨ ਦੇ ਵਿੱਚ, ਯੂਪੀ ਦੇ ਵਿੱਚ, ਉੱਤਰਾਖੰਡ ਦੇ ਵਿੱਚ ਜਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਈ ਆ ਇਹ, ਠੀਕ ਹੈ ਜੀ। ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ, ਇਹ ਵੀ ਤੁਸੀਂ ਆਨਸਰ ਦੇ ਸਕਦੇ ਹੋ। ਸੋ ਇਹੋ ਜਿਹੇ ਕੁਐਸਚਨ ਜਿਹੜੇ ਹੁੰਦੇ ਨੇ ਨਾ, ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਆ ਜਾਂਦੇ ਹੁੰਦੇ ਨੇ ਰਿਲੇਟਡ ਜਿਹੜੇ ਹੁੰਦੇ। ਸੋ ਬਿਲਕੁਲ ਸਹੀ ਜੀ, ਇਹਦਾ ਉੱਤਰਾਖੰਡ ਆਨਸਰ ਬਿਲਕੁਲ ਸਹੀ ਬਣਦਾ, ਠੀਕ ਹੈ। ਫਸਟ ਲਿਕੁਇਡ ਮਿਰਰ ਟੈਲੀਸਕੋਪ ਹੈਜ਼ ਬੀਨ ਕਮਿਸ਼ਨਡ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਆਪਾਂ। ਕਿਸ ਰਾਜ ਨੇ ਜਾਤੀ ਆਧਾਰਿਤ ਜਨਗਣਨਾ, ਜਾਤੀ ਆਧਾਰਿਤ ਗਣਨਾ ਨਾਮ ਦੀ ਜਾਤੀ ਆਧਾਰਿਤ ਜਨਗਣਨਾ ਕਰਾਉਣ ਦਾ ਸੀਗਾ ਕਾਸਟ ਬੇਸ ਸੈਂਸਸ ਇਹਨਾਂ ਨੇ ਕਰਵਾਉਣ ਦਾ ਫੈਸਲਾ ਕੀਤਾ? ਕਿਹੜਾ ਰਾਜ ਆ? ਕੇਰਲਾ, ਬਿਹਾਰ ਆ, ਪੰਜਾਬ ਜਾਂ ਉੱਤਰ ਪ੍ਰਦੇਸ਼ ਆ ਜੀ? ਦੱਸੋ ਜੀ, ਇੰਪੋਰਟੈਂਟ ਕੁਐਸਚਨ ਬਣਦਾ ਜੀ ਇਹ ਵੀ। ਬਿਲਕੁਲ ਸਹੀ ਜੀ, ਬਿਹਾਰ ਆ। ਬਿਹਾਰ ਨੇ ਇਸ ਟਾਈਮ ਪੂਰੀ ਤਰ੍ਹਾਂ ਸੈਟਅਪ ਆ ਇਹਨਾਂ ਦਾ ਕਿ ਇਹਨਾਂ ਨੇ ਜਾਤੀ ਆਧਾਰਿਤ ਜਨਗਣਨਾ ਕਰਵਾਉਣੀ ਆ ਇਸ ਵਾਰ। ਨੈਕਸਟ, ਵਿਦਿਆਰਥੀਆਂ ਦੇ ਭਵਿੱਖ ਨੂੰ ਤਿਆਰ ਕਰਨ ਲਈ, ਮਤਲਬ ਵਿਦਿਆਰਥੀਆਂ ਦੇ ਜਿਹੜੇ ਭਵਿੱਖ ਨੂੰ ਤਿਆਰ ਕਰਨ ਲਈ ਇਹਨਾਂ ਦੇ ਵਿੱਚੋਂ ਕਿਹੜੇ ਕਿਸ ਦੀ ਸਥਾਪਨਾ ਕੀਤੀ ਗਈ ਆ, ਠੀਕ ਹੈ, ਕਿਹੜੀ? ਫਿਊਚਰ ਆਫ ਦਾ ਸਟੂਡੈਂਟਸ ਲਈ ਪੀਐਮ ਗੁਰੂਕੁਲ ਸਕੂਲ, ਅਟਲ ਸਕਿੱਲ ਸਕੂਲ, ਪੀਐਮ ਸ਼੍ਰੀ ਸਕੂਲ ਜਾਂ ਪੀਐਮ ਏਕਲਵਿਆ ਸਕੂਲ? ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ, ਤੁਸੀਂ ਇਹ ਵੀ ਕੁਐਸਚਨ ਕਰ ਸਕਦੇ ਹੋ ਜੀ। ਬਿਲਕੁਲ ਸਹੀ ਜੀ, ਇਹਦਾ ਆਨਸਰ ਬਣਦਾ ਜੀ ਪੀਐਮ ਸ਼੍ਰੀ ਸਕੂਲ ਆ ਜਿਹੜੀ ਕਿ ਲਾਂਚ ਕਰੇਗੀ, ਠੀਕ ਹੈ ਜੀ। ਨੈਕਸਟ ਆਪਾਂ ਕਰਦੇ ਹਾਂ, ਕਿਸ ਸਰਕਾਰ ਨੇ ਗਰਭਵਤੀ ਔਰਤਾਂ ਲਈ ਅੰਚਲ ਅਭਿਆਨ ਸ਼ੁਰੂ ਕੀਤਾ? ਪੰਜਾਬ ਨੇ, ਹਰਿਆਣਾ ਨੇ, ਰਾਜਸਥਾਨ ਨੇ ਜਾਂ ਹਿਮਾਚਲ ਪ੍ਰਦੇਸ਼ ਨੇ? ਸੋ ਅਗਰ ਤੁਸੀਂ ਪਹਿਲਾਂ ਤੋਂ ਕਿਤੋਂ ਵੀ ਕਰ ਵੀ ਰਹੇ ਹੋ, ਅਗਰ ਮੰਨ ਲਓ ਕਿ ਤੁਸੀਂ ਮੰਨ ਲਓ ਕਿਤੋਂ ਉਹ ਇਹ ਚੀਜ਼ ਕਰ ਵੀ ਰਹੇ ਹੋ, ਮੰਨ ਲਓ ਕਰੰਟ ਅਫੇਅਰ ਤੁਸੀਂ ਕਿਤੋਂ ਹੋਰ ਵੀ ਕਰ ਰਹੇ ਹੋ, ਕਿਤੋਂ ਹੋਰ ਮਤਲਬ ਕਿ ਕੋਈ ਹੋਰ ਸੋਰਸ ਫੋਲੋ ਕਰ ਰਹੇ ਹੋ, ਚਾਹੇ ਤੁਸੀਂ ਆਪਣਾ ਕੋਈ ਮੈਗਜ਼ੀਨ ਫੋਲੋ ਕਰ ਰਹੇ ਹੋ, ਕੋਈ ਵੀ ਚੀਜ਼ ਜਦੋਂ ਤੁਸੀਂ ਇਹ ਚੀਜ਼ ਫੋਲੋ ਕਰਦੇ ਹੁੰਦੇ ਹੋ ਨਾ, ਤਾਂ ਇਹ ਚੀਜ਼ ਧਿਆਨ ਰੱਖਿਆ ਕਰੋ ਕਿ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚ ਕਿਹੜੀ ਚੀਜ਼ ਇੰਪੋਰਟੈਂਟ ਬਣਦੀ ਆ ਜ਼ਿਆਦਾਤਰ। ਸੋ ਉਹੀ ਚੀਜ਼ ਸਾਡੇ ਲਈ ਜ਼ਿਆਦਾ ਇੰਪੋਰਟੈਂਟ ਹੁੰਦੀ ਆ, ਠੀਕ ਹੈ ਜੀ। ਇਹਦਾ ਰਾਜਸਥਾਨ ਸਹੀ ਹੋਊਗਾ। ਸੋ ਰਾਜਸਥਾਨ ਬਾਅਦ ਜਿਹੜੀ ਸਰਕਾਰ ਨੇ ਅੰਚਲ ਅਭਿਆਨ ਸ਼ੁਰੂ ਕੀਤਾ ਵਾ। ਨੈਕਸਟ ਆਪਾਂ 16 ਨੰਬਰ ਕੁਐਸਚਨ ਤੇ ਆ ਗਏ।
ਹੁਣ ਜੀ ਆਹ ਮੋਸਟ ਇੰਪੋਰਟੈਂਟ ਸਟਾਰ ਮਾਰਕ ਕਰ ਲਓ ਜੀ। ਇਹਨਾਂ ਦੇ ਵਿੱਚੋਂ ਕਿਹੜੀ ਸਟੇਟ ਆ ਜਿਹੜੀ ਕਿ ਟੌਪ ਸ਼ੂਗਰ ਪ੍ਰੋਡਿਊਸਰ ਆ ਇੰਡੀਆ ਵੱਲੋਂ 2021-22 ਚ? ਗੁਜਰਾਤ, ਮਹਾਰਾਸ਼ਟਰ, ਪੰਜਾਬ ਜਾਂ ਉੱਤਰ ਪ੍ਰਦੇਸ਼। ਸੋ ਮੋਸਟ ਇੰਪੋਰਟੈਂਟ ਬਣਦੀ ਆ, ਸੋ ਇਹਨੂੰ ਤੁਸੀਂ ਬਿਲਕੁਲ ਵੀ ਮਿਸ ਨਹੀਂ ਕਰਨਾ ਜੀ। ਸੋ ਵੈਸੇ ਜਿਨ੍ਹਾਂ ਨੇ ਕਰੰਟ ਅਫੇਅਰ ਦੇ ਨਾਲ ਜੂਨ ਦੇ ਕਰੰਟ ਅਫੇਅਰ ਜਿਹੜੇ ਵੀ ਕੈਂਡੀਡੇਟ ਨੇ ਪਹਿਲਾਂ ਤੋਂ ਇਹ ਕੀਤੇ ਹੋਣਗੇ, ਉਹਦੇ ਲਈ ਇਹ ਜੋ ਕੁਐਸਚਨ ਹੈ ਉਹ ਈਜ਼ੀ ਹੋਏਗਾ ਤੇ ਉਹ ਇਹਦਾ ਬਿਲਕੁਲ ਸਹੀ ਆਨਸਰ ਲਗਾਏਗਾ ਜੀ। ਸੋ ਇੰਪੋਰਟੈਂਟ ਕੁਐਸਚਨ ਬਣਦਾ। ਸੋ ਇਹਦੇ ਵਿੱਚ ਮੈਂ ਜ਼ਿਆਦਾਤਰ ਇਹੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਵੀ ਕੁਐਸਚਨ ਆਪਾਂ ਐਡ ਕਰੀਏ ਉਹਦੇ ਵਿੱਚ ਆਪਾਂ ਜਸਟ ਇੰਪੋਰਟੈਂਟ ਕੁਐਸਚਨ ਹੀ ਐਡ ਕੀਤੇ ਜਾਣ, ਠੀਕ ਆ। ਬਾਕੀ ਤਾਂ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ, ਠੀਕ ਆ ਜੀ। ਹੁਣ ਦੇਖੋ ਜੀ, ਹੁਣ ਇਹਦੇ ਵਿੱਚ ਪਹਿਲਾ ਤਾਂ ਆਨਸਰ ਬਣਦਾ ਮਹਾਰਾਸ਼ਟਰ, ਠੀਕ ਆ ਜੀ। ਮਹਾਰਾਸ਼ਟਰ ਜਿਹਨੂੰ ਕਿ ਇਸ ਟਾਈਮ ਸਭ ਤੋਂ ਵੱਧ ਖੰਡ ਉਤਪਾਦਕ ਦੇਸ਼ 2021 ਦੇ 22 ਦੇ ਵਿੱਚ ਕੀਤਾ। ਇਸ ਤੋਂ ਪਹਿਲਾਂ ਨਾ ਉੱਤਰ ਪ੍ਰਦੇਸ਼ ਹੁੰਦਾ ਸੀ। ਹੁਣ ਦੇਖੋ ਥੋੜਾ ਜਿਹਾ ਮੈਂ ਤੁਹਾਨੂੰ ਹੋਰ ਦੱਸਦਾ, ਹੁਣ ਇਹ ਤਾਂ ਖੰਡ ਆ ਗਿਆ, ਚੀਨੀ ਉਤਪਾਦਕ ਦੇਸ਼ ਤਾਂ ਆਪਣਾ ਆ ਗਿਆ ਜੀ ਮਹਾਰਾਸ਼ਟਰ, ਠੀਕ ਆ। ਇਹ ਆਪਾਂ ਕਰਵਾ ਦਿੱਤਾ ਹੋਇਆ ਵਾ। ਹੁਣ ਜੇਕਰ ਆਵੇ ਕਿ ਸਭ ਤੋਂ ਵੱਧ ਵੈਜੀਟੇਬਲਸ ਉਤਪਾਦਕ ਦੇਸ਼ ਕਿਹੜਾ, ਵੈਜੀਟੇਬਲ ਆਵੇ ਤਾਂ ਉੱਤਰ ਪ੍ਰਦੇਸ਼, ਠੀਕ ਆ ਜੀ। ਸੋ ਵੈਜੀਟੇਬਲ ਜ਼ਿਆਦਾਤਰ ਤੁਹਾਡਾ ਉੱਤਰ ਪ੍ਰਦੇਸ਼ ਆ ਗਿਆ। ਸਰਵਾਧਿਕ ਫਲ, ਸਭ ਤੋਂ ਜ਼ਿਆਦਾ ਅਗਰ ਆਪਾਂ ਗੱਲ ਕਰੀਏ ਤਾਂ ਫਲ, ਸਭ ਤੋਂ ਵੱਧ ਫਲ ਕਿੱਥੇ ਹੁੰਦੇ ਨੇ? ਇਹ ਹੁੰਦੇ ਨੇ ਜੀ ਆਂਧਰਾ ਪ੍ਰਦੇਸ਼ ਦੇ ਵਿੱਚ। ਸਿਲਕ ਦਾ ਪ੍ਰੋਡਿਊਸਰ ਕਿਹੜਾ ਰਿਹਾ ਵਾ ਜੀ? ਕਰਨਾਟਕਾ ਰਿਹਾ ਵਾ। ਸੋ ਜੂਟ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਵੈਸਟ ਬੰਗਾਲ ਦੇ ਵਿੱਚ ਹੁੰਦਾ। ਸੋ ਇਹੋ ਜਿਹੇ ਕੁਐਸਚਨ ਪੇਪਰ 'ਚ ਹੁੰਦੇ ਆ, ਜਿੱਦਾਂ ਕਿ ਟੀ ਲਈ ਅਗਰ ਆਪਾਂ ਗੱਲ ਕਰੀਏ ਤਾਂ ਟੀ ਦਾ ਪ੍ਰੋਡਿਊਸਰ, ਲਾਰਜੈਸਟ ਪ੍ਰੋਡਿਊਸਰ ਕੌਣ ਵਾ ਜੀ? ਅਸਾਮ ਰਿਹਾ ਵਾ। ਸੋ ਇਹੋ ਜਿਹੇ ਕੁਐਸਚਨ ਜਦੋਂ ਆਉਂਦੇ ਨੇ ਪੇਪਰ ਦੇ ਵਿੱਚ ਤਾਂ ਤੁਹਾਡੇ ਇਹ ਬਿਲਕੁਲ ਸਹੀ ਹੋਣੇ ਚਾਹੀਦੇ ਨੇ, ਠੀਕ ਆ। ਨੈਕਸਟ ਕੁਐਸਚਨ ਆ ਵਾ, ਇਹਨਾਂ ਚੋਂ ਕਿਹੜੀ ਰਾਜ ਸਰਕਾਰ ਜਾਂ ਯੂਟੀ ਨੇ ਕਲੋਨੀਆਂ ਅਤੇ ਗਲੀਆਂ ਦੇ ਨਾਮਾਂ ਤੋਂ ਹਰੀਜਨ ਸ਼ਬਦ ਨੂੰ ਬਦਲ ਕੇ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਦਾ ਰੱਖਣ ਦਾ ਐਲਾਨ ਕੀਤਾ? ਜੰਮੂ ਕਸ਼ਮੀਰ, ਦਿੱਲੀ, ਯੂਪੀ ਜਾਂ ਪੰਜਾਬ? ਸੋ ਆਪਾਂ ਤੁਹਾਨੂੰ 5-7-10 ਸੈਕਿੰਡ ਤਾਂ ਹੀ ਦਿੰਦਾ ਨਾ ਕਿ ਤੁਹਾਨੂੰ ਅਗਰ ਤੁਸੀਂ ਪਹਿਲਾਂ ਪੜ੍ਹਿਆ ਹੋਇਆ ਤਾਂ ਤੁਸੀਂ ਸਹੀ ਆਨਸਰ ਆਪਦੇ ਦਿਮਾਗ ਦੇ ਵਿੱਚ ਸੋਚ ਸਚੋ। ਸੋ ਇਹਦਾ ਬਿਲਕੁਲ ਸਹੀ ਆਨਸਰ ਬਣਦਾ ਵਾ ਜੀ ਇਹ ਦਿੱਲੀ ਯੂਟੀ ਆ, ਜਿਹਦੇ ਕਿ ਆਪਣੇ ਹਰੀਜਨ ਸ਼ਬਦ ਗਲੀਆਂ ਤੇ ਕਲੋਨੀਆਂ ਤੇ ਗਲੀਆਂ ਦੇ ਨਾਮਾਂ ਤੋਂ ਹਰੀਜਨ ਸ਼ਬਦ ਨੂੰ ਬਦਲ ਕੇ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਨਾਲ ਰੱਖਣ ਦਾ ਐਲਾਨ ਕੀਤਾ। ਇਹਨਾਂ ਦੇ ਵਿੱਚੋਂ ਕੌਣ ਆ ਜਿਹੜਾ ਕਿ ਫਸਟ ਐਵਰ ਇੰਡੀਅਨ ਬਣਿਆ ਪ੍ਰੋਫੈਸ਼ਨਲ ਪੌਪ ਆਰਟਿਸਟ? ਫਸਟ ਸ਼੍ਰੇਆ ਲੰਕਾ, ਸ਼੍ਰੇਆ ਪਾਂਡੇ, ਰਵੀਨਾ ਔਰਾ ਜਾਂ ਨਨ ਆਫ ਦੀ ਅਬਵ? ਸੋ ਇਹ ਤੁਸੀਂ ਕਰ ਸਕਦੇ ਹੋ ਸ਼੍ਰੇਆ ਲੰਕਾ, ਠੀਕ ਹੈ। ਸ਼੍ਰੇਆ ਲੰਕਾ ਵਾ ਇਹਨਾਂ ਦਾ ਨਾਮ, ਠੀਕ ਆ। ਫਸਟ ਪ੍ਰੋਫੈਸ਼ਨਲ ਪੌਪ ਆਰਟਿਸਟ ਬਣੇ ਨੇ। ਹੁਣ ਇਹਦੇ ਵਿੱਚ ਮੇਨ ਇਹੀ ਆ ਕਿ ਇਹਨੂੰ ਤੁਸੀਂ ਟ੍ਰਿਕ ਨਾਲ ਯਾਦ ਕਰ ਸਕਦੇ ਹੋ ਕਿ ਸ਼੍ਰੀ ਲੰਕਾ ਦੇ ਨਾਮ ਨਾਲ ਸ਼੍ਰੇਆ ਲੰਕਾ ਨੂੰ ਤੁਸੀਂ ਲੰਕਾ ਨੂੰ ਯਾਦ ਕਰ ਸਕਦੇ ਹੋ। ਨੈਕਸਟ ਆ ਗਿਆ ਜੀ, ਆ ਵੀ ਇੰਪੋਰਟੈਂਟ ਕੁਐਸਚਨ ਬਣਦਾ। ਕਹਿੰਦਾ ਜੀ ਇੱਕ ਸੰਯੁਕਤ ਫੌਜੀ ਜਿਹੜੀਆਂ ਮਿਲਟਰੀ ਐਕਸਰਸਾਈਜ਼ਸ ਹੁੰਦੀਆਂ ਨੇ ਨਾ, ਇੱਕ ਜੁਆਇੰਟ ਮਿਲਟਰੀ ਆਪਣੀ ਸੰਪ੍ਰੀਤੀ ਐਕਸਰਸਾਈਜ਼ ਹੋਈ ਆ, ਐਕਸ ਅਭਿਆਸ ਜਿਹਨੂੰ ਆਪਾਂ ਕਹਿ ਦਿੰਦੇ ਆ, ਇਹ ਕਿਹੜੀ ਕੰਟਰੀ ਦੇ ਵਿੱਚ ਹੋਈ ਆ? ਇੰਡੀਆ ਅਫਗਾਨਿਸਤਾਨ, ਇੰਡੀਆ ਸ਼੍ਰੀਲੰਕਾ, ਇੰਡੀਆ ਬੰਗਲਾਦੇਸ਼ ਜਾਂ ਆਪਣਾ ਇੰਡੀਆ ਸਿੰਗਾਪੁਰ? ਸੋ ਇਹੋ ਜਿਹੇ ਕੁਐਸਚਨ ਪੇਪਰ ਦੇ ਕਿਉਂਕਿ ਐਕਸਰਸਾਈਜ਼ ਦੇ ਵਿੱਚੋਂ ਖਾਸ ਕਰ ਪੀਪੀਐਸਸੀ ਵੀ ਕੁਐਸਚਨ ਪੁੱਛਦੀ ਆ, ਤਾਂ ਇਹ ਵੀ ਆਪਣਾ ਐਕਸਰਸਾਈਜ਼ ਦੇ ਵਿੱਚੋਂ ਕੁਐਸਚਨ ਪੁੱਛਿਆ ਜਾ ਸਕਦਾ ਵਾ, ਠੀਕ ਹੈ ਜੀ। ਸੋ ਇਹ ਇੰਪੋਰਟੈਂਟ ਕੁਐਸਚਨ ਬਣਦਾ। ਦੇਖੋ ਜੀ, ਇਹ ਵਾਲੀ ਜਿਹੜੀ ਐਕਸਰਸਾਈਜ਼ ਆ ਇਹ ਹੋਈ ਆ ਜੀ ਇੰਡੀਆ ਤੇ ਬੰਗਲਾਦੇਸ਼ ਦੇ ਵਿਚਕਾਰ, ਠੀਕ ਆ। ਇੰਪੋਰਟੈਂਟ ਬਣਦੇ ਨੇ। ਸੋ ਐਕਸਰਸਾਈਜ਼ਾਂ ਜਿਵੇਂ ਆਈ ਜਾਣਗੀਆਂ ਆਪਾਂ ਤੁਹਾਨੂੰ ਨਾਲ ਦੀ ਨਾਲ ਕਰਵਾਈ ਜਾਵਾਂਗੇ। ਨੈਕਸਟ ਆਪਾਂ ਕਰਦੇ ਹਾਂ ਜੀ 20 ਨੰਬਰ ਕੁਐਸਚਨ ਤੇ ਆ ਗਏ ਜੀ। ਹੁਣ ਉਹ ਕਹਿੰਦੇ ਜੀ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ, ਅਗਰ ਆਪਾਂ ਗੱਲ ਕਰੀਏ ਮੁੰਬਈ, ਕਿਉਂਕਿ ਫਿਲਮਾਂ ਦੇ ਵੈਸੇ ਮੈਂ ਕਰਵਾਇਆ ਹੋਇਆ, ਬਾਕੀ ਕੁਝ ਫੈਸਟੀਵਲ ਇਦਾਂ ਦੇ ਹੁੰਦੇ ਨੇ ਜਿਹੜੇ ਕਿ ਜ਼ਿਆਦਾਤਰ ਪੇਪਰ ਦੇ ਵਿੱਚ ਆ ਜਾਂਦੇ ਨੇ, ਠੀਕ ਆ। ਸੋ ਉਹ ਸਾਰੇ ਮੈਂ ਤੁਹਾਡੇ ਇਹਦੇ ਵਿੱਚ ਹੀ ਐਡ ਕਰ ਦਿੱਤੇ ਨੇ। ਉਹ ਕਹਿੰਦਾ ਜੀ ਕਿਹੜੀ ਕੰਟਰੀ ਆਫ ਫੋਕਸ ਚੁਣੀ ਗਈ ਆ 17ਵੇਂ ਐਡੀਸ਼ਨ ਦੇ ਵਿੱਚ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ, ਠੀਕ ਆ। ਸੋ ਇਹਦਾ ਪਰਫੈਕਟ ਆਨਸਰ ਬਣਦਾ ਜੀ ਬੰਗਲਾਦੇਸ਼। ਹੁਣ ਦੇਖੋ ਜੀ, ਇਹਦੇ ਬਾਰੇ ਮੈਂ ਤੁਹਾਡੇ ਨਾਲ ਛੋਟਾ ਜਿਹਾ ਉਹ ਚੀਜ਼ ਐਡ ਕੀਤੀ ਹੋਈ ਆ। ਇੱਕ ਹੁੰਦਾ IFFI ਅਵਾਰਡ, ਠੀਕ ਆ ਜੀ। ਫਿਲਮ ਫੈਸਟੀਵਲ ਹੁੰਦਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ, ਹੋਇਆ ਸੀ 2021 ਚ। ਇਹਦੀ ਹੋਸਟ ਕਿਹਨੇ ਕੀਤਾ ਸੀ? ਗੋਆ ਨੇ ਕੀਤਾ ਸੀ, ਠੀਕ ਆ। ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਇੰਡੋਰ ਸਟੇਡੀਅਮ ਚ ਹੋਇਆ ਸੀ 5 ਗੋਆ ਦੇ ਵਿੱਚ। ਇਹਦੇ ਵਿੱਚ ਵੀ ਫੋਕਸ ਕੰਟਰੀ ਬੰਗਲਾਦੇਸ਼ ਸੀ, ਠੀਕ ਆ। 2021 ਦੀ ਗੱਲ ਹੋਈ ਆ, ਉਹ ਮਹਾਰਾਸ਼ਟਰ ਦੀ 2022 ਦੀ ਗੱਲ ਹੋ ਰਹੀ ਆ, 17th ਐਡੀਸ਼ਨ ਦੀ। ਹੁਣ ਸਤਿਆਜੀਤ ਰੇ ਦਾ ਨਾ ਇੱਕ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਦਾ ਹੁੰਦਾ ਵਾ ਇਹਦੇ ਵਿੱਚ 2021 ਲਈ, ਠੀਕ ਆ। ਸੋ 2021 ਲਈ ਇਹ ਕਿਹਨੂੰ ਮਿਲਿਆ? ਫਿਲਮ ਮੇਕਰਸ, 2 ਫਿਲਮ ਮੇਕਰਸ ਨੂੰ ਮਿਲਿਆ ਵਾ, ਜਿਹਦੇ ਵਿੱਚ ਕਿ ਮਾਰਟਿਨ ਸਕੋਰਸੇਜ਼ੇ ਤੇ ਇਸਟਵੈਨ ਸਜ਼ਬਾਬੋ, ਠੀਕ ਆ ਜੀ। ਸੋ ਇਹਨਾਂ ਦੋਵਾਂ ਨੂੰ ਮਿਲਿਆ। ਇਹ ਵੀ ਤੁਸੀਂ ਯਾਦ ਕਰਨਾ, ਪੇਪਰ ਦੇ ਵਿੱਚ ਇਹ ਇਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਰਿਪੀਟ ਹੁੰਦੇ ਨੇ। ਇੰਡੀਅਨ ਫਿਲਮ ਪਰਸਨੈਲਿਟੀ ਆਫ ਦਾ ਈਅਰ ਕਿਹਨੂੰ ਮਿਲਿਆ? ਹੇਮਾ ਮਾਲਿਨੀ ਜਾਂ ਪਰਸੂਨ ਜੋਸ਼ੀ ਨੂੰ, ਠੀਕ ਹੈ। ਕਿਉਂਕਿ ਅਜੇ ਫਿਲਹਾਲ ਇਹ ਕਰੰਟ ਦੇ ਵਿੱਚ ਬਣ ਰਿਹਾ, ਕਿਉਂਕਿ 2021 ਦਾ ਹੋ ਕੇ ਹਟਿਆ, ਨਵੰਬਰ ਦੇ ਵਿੱਚ ਹੀ ਹੋਇਆ ਵਾ। ਕਿਉਂਕਿ ਇਹਦਾ ਜਿਹੜਾ 53rd ਐਡੀਸ਼ਨ ਹੋਊਗਾ ਉਹ ਵੀ ਗੋਆ ਦੇ ਵਿੱਚ ਹੀ ਹੋਊਗਾ, ਤਾਂ ਇਹ ਆਪਣਾ 20 ਨਵੰਬਰ ਤੋਂ 28 ਨਵੰਬਰ 2022 ਤੱਕ ਹੋਊਗਾ। ਜੇਕਰ ਤੁਹਾਡਾ ਪਹਿਲਾਂ ਪੇਪਰ ਹੁੰਦਾ ਵਾ ਤਾਂ ਉਹ 2021 ਚੋਂ ਪੁੱਛ ਸਕਦੇ ਨੇ, ਜੇ ਬਾਅਦ ਚ ਹੋਏਗਾ ਤਾਂ ਤੁਹਾਡਾ 2022 ਤੋਂ ਵੀ ਪੁੱਛ ਸਕਦੇ ਨੇ। ਵੈਸੇ ਵੀ ਪੁੱਛ ਸਕਦੇ ਕਿ ਜਿਹੜਾ 53rd ਐਡੀਸ਼ਨ ਆ ਕਿੱਥੇ ਹੋਏਗਾ, ਤਾਂ ਉਹ ਤੁਸੀਂ ਲਗਾ ਸਕਦੇ ਹੋ। ਸੋ ਇਹ ਮੋਸਟਲੀ ਗੋਆ ਦੇ ਵਿੱਚ ਹੀ ਹੁੰਦਾ ਵਾ। ਸੋ ਇਹਦੇ ਵਿੱਚ ਜ਼ਿਆਦਾਤਰ ਕੰਟਰੀ ਇਨ ਫੋਕਸ ਪੁੱਛਦੇ ਹੁੰਦੇ ਆ ਕਿ ਫੋਕਸ ਕੰਟਰੀ ਕਿਹੜੀ ਗਈ ਆ, ਜਾਂ ਇਹਦੇ ਵਿੱਚ ਇਹ ਪੁੱਛਦੇ ਹੁੰਦੇ ਨੇ ਕਿ ਲਾਈਫ ਟਾਈਮ ਅਚੀਵਮੈਂਟ ਅਵਾਰਡ ਕਿਹਨੂੰ ਦਿੱਤਾ ਜਾਂਦਾ? ਸਤਿਆਜੀਤ ਰੇ ਦਾ ਜਿਹੜਾ ਲਾਈਫ ਟਾਈਮ
ਠੀਕ ਹੈ ਜੀ। ਸੋ ਆ ਗਿਆ ਹੁਣ ਆਪਣਾ ਜੀ ਸਾਡਾ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ। ਇਹ ਕਿਹਦੇ ਲਈ ਹੁੰਦਾ? ਇਹ ਵੈਸੇ ਨਾਨ ਫੀਚਰ ਫਿਲਮਸ ਲਈ ਦਿੱਤਾ ਜਾਂਦਾ, ਮਤਲਬ ਕਿ ਡਾਕੂਮੈਂਟਰੀ ਹੋ ਗਈ ਜਾਂ ਸ਼ਾਰਟ ਫਿਲਮ ਹੋ ਗਈ ਜਾਂ ਐਨੀਮੇਸ਼ਨ ਮੂਵੀ ਹੋ ਗਈ। ਸੋ ਇਹ ਕਿੱਥੇ ਹੋਇਆ ਸੀ ਜੀ? ਹੋਸਟ ਮੁੰਬਈ ਦੇ ਵਿੱਚ ਕਿਹਨੇ ਕੀਤਾ ਸੀ? ਫੋਕਸ ਕੰਟਰੀ ਵਿੱਚ ਬੰਗਲਾਦੇਸ਼ ਸੀਗੀ, ਤੇ ਲਾਈਫ ਟਾਈਮ ਅਵਾਰਡ ਸੰਜੀਤ ਨਾਰਵੇਕਰ ਨੂੰ ਦਿੱਤਾ ਗਿਆ। ਹੁਣ ਆਪਾਂ ਇੱਕ ਚੀਜ਼ ਹੋਰ ਪੜ੍ਹ ਲੈਂਦੇ ਹਾਂ ਜੀ, ਆਸਕਰ ਅਵਾਰਡ ਜਿਹੜੇ 2022 ਚ ਹੋਏ ਸੀ, ਮੈਂ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਕਰਾਇਆ ਹੋਇਆ, USA ਦੇ ਰਜ਼ੀਨਾ ਹਾਲ ਦੇ ਵਿੱਚ ਹੋਏ ਸੀ, ਠੀਕ ਆ ਜੀ, ਰਜ਼ੀਨਾ ਹਾਲ ਦੇ ਵਿੱਚ ਹੋਏ ਸੀ। ਸੋ ਇਹ ਮੈਂ ਤੁਹਾਨੂੰ ਕਰਵਾਇਆ ਹੋਇਆ। ਇੱਕ ਨਾ ਕੈਨਸ ਫਿਲਮ ਫੈਸਟੀਵਲ 2022 ਦਾ ਹੋਇਆ ਵਾ, ਇਹਦੇ ਵਿੱਚ ਉਹ ਹੋਸਟ ਪੁੱਛ ਲੈਣਗੇ ਕਿ ਕੌਣ ਹੋਸਟ ਆ? ਫਰਾਂਸ ਹੋਸਟ ਆ ਜੀ ਇਹਦਾ, ਠੀਕ ਆ ਜੀ। ਕੈਨਸ ਫਿਲਮ ਫੈਸਟੀਵਲ 2022 ਦਾ ਹੋਸਟ ਆ ਫਰਾਂਸ। ਬਾਫਟਾ, ਠੀਕ ਹੈ ਜੀ, ਬ੍ਰਿਟਿਸ਼ ਅਕੈਡਮੀ ਫਿਲਮ ਅਵਾਰਡ 2022 ਦਾ ਹੋਸਟ ਕੌਣ ਆ? ਬੀ ਫॉर ਬ੍ਰਿਟਿਸ਼, ਬੀ ਫॉर ਬ੍ਰਿਟੇਨ, ਠੀਕ ਹੈ, ਯਾਦ ਕਰ ਲਿਓ। ਹੁਣ ਆ ਗਿਆ ਜੀ ਆਪਣਾ ਇੰਪੋਰਟੈਂਟ ਕੁਐਸਚਨ ਕਿ ਇਹਨਾਂ ਦੇ ਵਿੱਚੋਂ ਉਹ ਦੱਸੋ ਜੀ ਵਿਚ ਇੰਡੀਅਨ ਸ਼ਿਪ, ਨੇਵੀ ਸ਼ਿਪ ਆ ਜਿਹੜੀ ਹੈਜ਼ ਡੀ ਕਮਿਸ਼ਨਡ ਐਟ ਦਾ ਨਾਵਲ ਡੌਕਟ, ਠੀਕ ਹੈ, ਸੇਵਾ ਮੁਕਤ ਕੀਤਾ ਗਿਆ। INS ਗੋਮਤੀ, INS ਅਕਸ਼ੇ, INS ਨਿਸ਼ਾਂਤ ਜਾਂ INS ਰਾਜਪੂਤ। ਸੋ ਇਹ ਤੁਸੀਂ ਆਪਣਾ ਲਗਾ ਸਕਦੇ ਹੋ। ਦੇਖੋ ਜੀ ਇਹਦੇ ਵਿੱਚ ਨਾ ਇਦਾਂ ਦੇ ਕੁਐਸਚਨ ਹੁੰਦੇ ਹੁੰਦੇ ਕਿ ਇਦਾਂ ਦੇ ਕਿਹੜੀ ਜਲ ਸ਼ਿਪ ਆ ਜਿਹੜੀ ਕਦੋਂ ਸੇਵਾ ਮੁਕਤ ਕਰ ਦਿੱਤੀ ਗਈ ਆ, ਠੀਕ ਆ। ਸੋ ਇਹਦਾ ਥੋੜਾ ਜਿਹਾ ਮੈਂ ਉਹਦੇ ਵਿੱਚ ਕਰਦਾ। ਸੋ ਵੈਸੇ ਤਾਂ ਇਹ ਆਲ ਆਫ ਦੀ ਜਿਹੜੀ ਉੱਪਰ ਵਾਲੀਆਂ ਜਿਹੜੀਆਂ ਨੇ ਨਾ ਸਾਰੀਆਂ ਤਿੰਨੇ ਹੀ 2022 ਦੇ ਵਿੱਚ ਹੋਈਆਂ ਨੇ, ਠੀਕ ਹੈ ਜੀ। ਸੋ ਮੈਂ PDF 'ਚ ਕਰੈਕਸ਼ਨ ਕਰ ਦੂੰਗਾ, ਬਟ ਜਿਹੜੀ ਰੀਸੈਂਟਲੀ ਹੋਈ ਆ ਉਹ INS ਗੋਮਤੀ ਹੋਈ ਆ। ਜਿਹੜੀ INS ਅਕਸ਼ੇ ਆ, ਠੀਕ ਆ, ਇਹ ਵੀ 2022 'ਚ ਹੀ ਹੋਈ ਆ। INS ਨਿਸ਼ਾਂਕ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਵੀ 2022 ਚ ਹੋਈ ਆ। ਬਸ ਇੰਨਾ ਯਾਦ ਕਰ ਲਓ, ਹੋਰ ਕੁਝ ਵੀ ਕਰਨ ਦੀ ਲੋੜ ਨਹੀਂ। ਹੁਣ ਇੱਕ ਹੋਰ ਕੁਐਸਚਨ ਪੇਪਰ 'ਚ ਬਣਦਾ ਹੁੰਦਾ, ਮੇਰਾ ਤੁਹਾਨੂੰ ਕਰਵਾਇਆ ਹੋਇਆ ਕਿ ਇੰਡੀਅਨ ਨੇਵੀ ਡੇ ਕਦੋਂ ਮਨਾਇਆ ਜਾਂਦਾ? ਇੰਡੀਅਨ ਨੇਵੀ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਜੀ? 4 ਦਸੰਬਰ ਨੂੰ ਕੀਤਾ ਜਾਂਦਾ। ਇਹ ਤੁਹਾਨੂੰ ਡੇ ਸਾਰੇ ਯਾਦ ਹੋਣੇ ਚਾਹੀਦੇ ਆ ਕਿ ਆਰਮੀ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ, ਨੇਵੀ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ, ਪਹਿਲੇ ਚੀਫ ਕੌਣ ਸੀ, ਮਤਲਬ ਹੁਣ ਵਾਲੇ ਚੀਫ ਪੁੱਛ ਲੈਣਗੇ, ਹੁਣ ਵਾਲੇ ਚੀਫ ਦੱਸੋ ਜੀ। ਇੰਡੀਆ ਦੇ ਮੰਨ ਲਓ ਕੁਐਸਚਨ ਆ ਜਾਊਗਾ ਤੁਹਾਨੂੰ, ਇੰਡੀਆ ਦੇ ਨੇਵੀ ਚੀਫ ਕੌਣ ਨੇ ਜੀ ਹੁਣ, ਕਿਉਂਕਿ ਇਹ ਕੁਐਸਚਨ ਆਉਂਦੇ ਨੇ ਰੀਸੈਂਟਲੀ ਅਪਾਇੰਟਮੈਂਟਸ ਦੇ ਵਿੱਚੋਂ ਵੀ ਆਉਣਗੇ, ਠੀਕ ਹੈ ਜੀ, ਵੈਸੇ ਸਟੈਟਿਕ ਚੋਂ ਵੀ ਆਉਣਗੇ। ਹਰੀ ਕੁਮਾਰ ਨੇ, ਠੀਕ ਹੈ ਜੀ, ਆਰ ਹਰੀ ਕੁਮਾਰ ਇਹਨਾਂ ਦਾ ਨਾਮ ਹੈ, ਠੀਕ ਹੈ ਜੀ। ਨੈਕਸਟ ਕੁਐਸਚਨ ਵੱਲ ਵਧਦੇ ਹਾਂ ਜੀ ਆਪਾਂ। 22 ਨੰਬਰ ਕੁਐਸਚਨ, ਹਾਲ ਹੀ ਦੇ ਵਿੱਚ ਨਾ ਸੁਲਤਾਨਾ ਬੇਗਮ ਦਾ ਦੇਹਾਂਤ ਹੋਇਆ ਵਾ, ਉਹ ਕਿਹੜੇ ਖੇਤਰ ਨਾਲ ਸੰਬੰਧਿਤ ਰੱਖਦੇ ਨੇ? ਸਿੰਗਰ ਨੇ, ਡਾਂਸਰ ਨੇ, ਰਾਈਟਰ ਨੇ ਜਾਂ ਜਰਨਲਿਸਟ ਨੇ, ਠੀਕ ਹੈ। ਸੁਲਤਾਨਾ ਬੇਗਮ ਦੀ ਗੱਲ ਹੋ ਰਹੀ ਹੈ ਜੀ। ਸੁਲਤਾਨਾ ਬੇਗਮ ਕਿਹੜੇ ਦੇ ਨਾਲ ਆਪਣੇ ਤਾਲੁਕਾਤ ਰੱਖਦੇ ਨੇ? ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ। ਸੋ ਇਹਦਾ ਆਪਣਾ ਸਹੀ ਨੇ ਜੀ, ਇਹ ਰਾਈਟਰ ਨੇ, ਠੀਕ ਹੈ ਜੀ। ਸੋ ਇਹ ਇੰਪੋਰਟੈਂਟ ਕਿਉਂ ਬਣਦਾ ਵਾ? ਆ ਦੇਖੋ ਜੀ, ਮੈਂ ਐਡ ਕੀਤਾ ਹੋਇਆ ਤੁਹਾਨੂੰ ਕਿ ਸੁਲਤਾਨ ਬੇਗਮ ਆ ਜਿਹੜੇ ਪੰਜਾਬ ਤੋਂ ਨੇ। ਪਹਿਲੀ ਗੱਲ ਤਾਂ ਉਰਦੂ ਤੇ ਪੰਜਾਬੀ ਦੇ ਰਾਈਟਰ ਤੇ ਪੋਇਟ ਨੇ, ਠੀਕ ਹੈ ਜੀ। ਨੈਕਸਟ ਆਪਾਂ ਹੁਣ ਇੱਕ ਕੁਐਸਚਨ ਹੋਰ ਆ ਗਿਆ ਜੀ ਤੁਹਾਡੇ ਲਈ ਮੋਸਟ ਇੰਪੋਰਟੈਂਟ ਕਿ ਪਰਮ ਅਨੰਤ ਇੱਕ ਅਤੀ ਆਧੁਨਿਕ, ਮਤਲਬ ਕਿ ਇੱਕ ਆਰਟ ਸੁਪਰ ਕੰਪਿਊਟਰ ਡਿਜ਼ਾਈਨ ਕੀਤਾ ਗਿਆ, ਕਮਿਸ਼ਨ ਕੀਤਾ, ਇਹਨਾਂ ਚੋਂ ਕਿਹੜੀ ਸੰਸਥਾ ਨੇ ਚਲਾਇਆ ਗਿਆ? ਹੁਣ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚੋਂ ਬਹੁਤ ਬੱਚੇ ਕਨਫਿਊਜ਼ ਹੋ ਰਹੇ ਸੀ ਕਿੱਦਾਂ ਦੇ ਕੁਐਸਚਨ ਆਉਣਗੇ। ਇਦਾਂ ਦੇ ਕੁਐਸਚਨ ਆਉਣਗੇ, ਆ ਦੇਖ ਲਓ ਹੁਣ ਤੁਸੀਂ, ਸਾਇੰਸ ਐਂਡ ਟੈਕ ਦਾ ਕੁਐਸਚਨ ਆ ਇਹ। IIT ਗਾਂਧੀਨਗਰ, IIT ਮਦਰਾਸ ਨੇ ਕੀਤਾ, IIT ਰੁੜਕੀ ਨੇ ਕੀਤਾ ਜਾਂ IIT ਦਿੱਲੀ ਨੇ ਕੀਤਾ। ਸੋ ਜੇਕਰ ਤੁਸੀਂ ਪਹਿਲਾਂ ਤੋਂ ਇਹ ਚੀਜ਼ ਪੜ੍ਹੀ ਹੋਈ ਆ ਤਾਂ ਮੇਰੇ ਅਕੋਰਡਿੰਗ ਇਹ ਤੁਹਾਡੀ ਬਿਲਕੁਲ ਸਹੀ ਹੋਣੀ ਚਾਹੀਦੀ ਆ ਜੀ। ਸੋ ਇਹੋ ਜਿਹੇ ਕੁਐਸਚਨ ਹੀ ਪੇਪਰ ਦੇ ਵਿੱਚ ਬਣਦੇ ਹੁੰਦੇ ਨੇ ਜੀ। ਦੱਸੋ ਜੀ ਇਹਦਾ ਆਨਸਰ ਕਿਹੜਾ ਆਪਣਾ ਕਰੈਕਟ ਆਨਸਰ ਬਣੇਗਾ? ਸੋ ਬਿਲਕੁਲ ਸਹੀ ਜੀ, ਤੁਸੀਂ IIT ਗਾਂਧੀਨਗਰ ਆ ਜਿਹਨੇ ਕਿ ਇਹ ਅਤੀ ਆਧੁਨਿਕ ਮਤਲਬ ਕਿ ਆਰਟ ਸੁਪਰ ਕੰਪਿਊਟਰ ਲਾਂਚ ਕੀਤਾ ਵਾ, ਠੀਕ ਹੈ। ਪਰਮ ਅਨੰਤਾ ਇਹ ਕਿਉਂਕਿ ਸੁਪਰ ਕੰਪਿਊਟਰਸ ਦੇ ਵਿੱਚੋਂ ਕੁਐਸਚਨ ਹੁੰਦੇ ਨੇ। ਹੁਣ ਰੀਸੈਂਟਲੀ ਨਾ ਇੱਕ ਸੁਪਰ ਕੰਪਿਊਟਰ ਬਣਾਇਆ ਵਾ ਆਪਣੇ ਪਰਵੇਗਾ ਬਣਾਇਆ ਵਾ। ਇਹਨੂੰ ਕਹਿ ਰਿਹਾ ਇਹ ਕਿ ਬਣਾਇਆ ਕਿਹਨੇ ਅਜੇ? IISc ਬੈਂਗਲੌਰ ਨੇ ਬਣਾਇਆ ਵਾ। ਅਗਰ ਆਪਾਂ ਗੱਲ ਕਰੀਏ ਤਾਂ ਰੀਸੈਂਟਲੀ ਇਹ ਕਿਹਾ ਜਾ ਰਿਹਾ ਕਿ ਜਿਹੜਾ ਇਹ ਸੁਪਰ ਕੰਪਿਊਟਰ ਆ ਇਹ ਆਪਣਾ ਦਾਅਵਾ ਕਰਦਾ ਵਾ ਕਿ ਇਹ ਪਹਿਲੀ ਗੱਲ ਤਾਂ ਇਹ ਇੰਡੀਜੀਨੀਅਸ ਆ, ਠੀਕ ਆ ਜੀ। ਸੋ ਜ਼ਿਆਦਾਤਰ ਜਿਹੜੇ ਇਹਦੇ ਵਿੱਚ ਪ੍ਰੋਡਕਟ ਆਪਣੇ ਭਾਰਤੀ ਮੇਡ ਬਣੇ ਹੋਏ ਨੇ, ਤਾਂ ਇਹ ਵਾਲਾ ਦਾਅਵਾ ਕੀਤਾ ਜਾ ਰਿਹਾ ਕਿ ਇਹ ਭਾਰਤ ਦਾ ਇਸ ਟਾਈਮ ਦੇ ਉੱਤੇ ਆਪਣਾ ਸੁਪਰ ਕੰਪਿਊਟਰ ਫਾਸਟੈਸਟ ਸੁਪਰ ਕੰਪਿਊਟਰ ਬਣ ਜਾ ਰਿਹਾ ਵਾ, ਠੀਕ ਆ। ਹੁਣ ਨੈਕਸਟ ਆਪਣਾ ਇੱਕ ਸੁਪਰ ਕੰਪਿਊਟਰ ਹੋਰ ਆ ਜੀ, ਪਰਮ ਗੰਗਾ ਸੁਪਰ ਕੰਪਿਊਟਰ ਕਿਹਨੇ ਆਪਣਾ ਲਾਂਚ ਕੀਤਾ ਵਾ? IIT ਰੁੜਕੀ ਨੇ, ਠੀਕ ਆ ਜੀ। ਇਹ ਸ਼ਾਇਦ ਪੇਪਰ ਦੇ ਵਿੱਚ ਕੁਐਸਚਨ ਬਣਿਆ ਵੀ ਹੋਇਆ ਜੀ, IIT ਰੁੜਕੀ ਨੇ ਕੀਤਾ, ਠੀਕ ਆ। ਸੋ ਫੁਗਾਕੂ ਤੋਂ ਬਾਅਦ ਆਪਾਂ ਕਰ ਹੀ ਲਿਆ ਕਿ ਹੁਣ ਫਰੰਟੀਅਰ ਆ ਜਿਹੜਾ ਆਪਣਾ ਫਾਸਟੈਸਟ ਸੁਪਰ ਕੰਪਿਊਟਰ ਆ ਦੁਨੀਆ ਦਾ। ਇੰਡੀਆ ਦਾ ਪਹਿਲਾ ਸੁਪਰ ਕੰਪਿਊਟਰ ਮੈਂ ਤੁਹਾਨੂੰ ਪੁੱਛਿਆ ਹੀ ਹੈ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਵਾ। ਕੇਂਦਰ ਸਰਕਾਰ ਨੇ ਕਿਸ ਸਾਲ ਤੱਕ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ PMEGP, ਠੀਕ ਆ, ਪ੍ਰੋਗਰਾਮ ਦੇ ਦਾਖਲੇ ਨੂੰ ਮਨਜ਼ੂਰੀ ਦਿੱਤੀ? ਮਤਲਬ ਹੋਰ ਕਿੰਨਾ ਵਧਾ ਦਿੱਤਾ ਗਿਆ ਵਾ? 2025 ਤੱਕ, 26 ਤੱਕ, 27 ਤੱਕ ਜਾਂ 28 ਤੱਕ? ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ, ਕਿਉਂਕਿ ਜਿਹੜੇ ਇਹੋ ਜਿਹੇ ਸਕੀਮਸ ਵਗੈਰਾ ਹੁੰਦੀਆਂ ਨੇ ਨਾ, ਤਾਂ ਸਕੀਮਸ ਵਗੈਰਾ ਦੇ ਵਿੱਚੋਂ ਵੀ ਕੁਐਸਚਨ ਪੁੱਛੇ ਜਾਂਦੇ ਨੇ ਜੀ। ਸੋ ਬਿਲਕੁਲ ਸਹੀ ਜੀ, ਜਿਹੜੀ ਇਹ ਇੰਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਹੈ ਇਹ 2026 ਤੱਕ ਵਧਾ ਦਿੱਤਾ ਗਿਆ ਵਾ, ਠੀਕ ਹੈ, 2026 ਤੱਕ ਵਧਾ ਦਿੱਤਾ। ਹੁਣ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਵਾਂ,
ਇੱਕ ਨਾ ਇਹਦੇ ਵਿੱਚ ਆਪਣਾ ਫਾਈਨੈਂਸ ਕਮਿਸ਼ਨ ਆ, ਇਸ ਟਾਈਮ ਦੇ ਉੱਤੇ ਫਾਈਨੈਂਸ ਕਮਿਸ਼ਨ ਹੁੰਦਾ। ਫਾਈਨੈਂਸ ਕਮਿਸ਼ਨ ਦੇ ਉੱਤੇ ਕੁਐਸਚਨ ਬਣਦੇ ਹੁੰਦੇ ਨੇ ਕਿ ਫਾਈਨੈਂਸ ਕਮਿਸ਼ਨ, ਪਹਿਲੀ ਗੱਲ ਤਾਂ ਆਰਟੀਕਲ 280 ਦੇ ਵਿੱਚ ਦਰਜ ਆ ਫਾਈਨੈਂਸ ਕਮਿਸ਼ਨ। ਇਸ ਟਾਈਮ ਦੇ ਉੱਤੇ ਉਹਦੇ ਚੇਅਰਮੈਨ ਕੌਣ ਨੇ? ਚੇਅਰਮੈਨ ਤੇ ਕੁਐਸਚਨ ਬਣੂਗਾ ਕਿ NK ਸਿੰਘ ਇਹਦੇ ਇਸ ਟਾਈਮ ਦੇ ਉੱਤੇ ਚੇਅਰਮੈਨ ਨੇ। ਜੇਕਰ ਆਪਾਂ 15 ਹੁਣ ਆਪਣਾ 15ਵਾਂ ਫਾਈਨੈਂਸ ਕਮਿਸ਼ਨ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ, ਠੀਕ ਆ ਜੀ। ਅਪ੍ਰੈਲ ਤੋਂ ਲੈ ਕੇ 2021 ਤੋਂ ਲੈ ਕੇ 2026 ਤੱਕ ਚੱਲੂਗਾ, ਠੀਕ ਆ। ਇਹ 2021 ਤੋਂ ਲੈ ਕੇ 26 ਤੱਕ ਹੋਊਗਾ, ਠੀਕ ਆ। ਸੋ ਇਹ ਵਾਲੀਆਂ ਚੀਜ਼ਾਂ ਹੀ ਯਾਦ ਕਰਨ ਵਾਲੀਆਂ ਹੁੰਦੀਆਂ ਨੇ, ਹੋਰ ਕੋਈ ਖਾਸ ਬਾਕੀ ਜਿਹੜੀਆਂ ਸਕੀਮਸ ਦੇ ਉੱਤੇ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਵੀਡੀਓ ਆਪਾਂ ਲੈ ਆਵਾਂਗੇ। ਨੈਕਸਟ ਚੱਲਦੇ ਹਾਂ ਜੀ। ਹੁਣ ਜੀ ਰੋਡ ਐਕਸੀਡੈਂਟ ਦੇ ਵਿੱਚ, ਰੋਡ ਐਕਸੀਡੈਂਟ ਇਨ ਇੰਡੀਆ ਰਿਪੋਰਟ ਦੇ ਅਨੁਸਾਰ 2020 ਚ ਕਿਹੜੇ ਰਾਜ ਯੂਟੀ ਨੇ ਸਭ ਤੋਂ ਵੱਧ ਦੁਰਘਟਨਾਵਾਂ ਦੀ ਦਰਜ ਕੀਤੀ ਆ? ਦਿੱਲੀ, ਪੰਜਾਬ, ਯੂਪੀ ਜਾਂ ਮਿਜ਼ੋਰਮ? ਸੋ ਇਹ ਵੀ ਕੁਐਸਚਨ, ਕਿਉਂਕਿ ਇਹੋ ਜਿਹੇ ਜਿਹੜੇ ਇਸ਼ੂਸ ਚੱਲਦੇ ਹੁੰਦੇ ਨੇ ਨਾ, ਉਹਦੇ ਵਿੱਚ ਕੁਐਸਚਨ ਬਣਦੇ ਹੁੰਦੇ ਨੇ, ਠੀਕ ਆ, ਪੇਪਰ ਦੇ ਵਿੱਚ। ਸੋ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਮਿਜ਼ੋਰਮ ਦੇ ਵਿੱਚ 2020 ਦੀ ਜਿਹੜੀ ਇਹ ਰੋਡ ਐਕਸੀਡੈਂਟ ਇਨ ਇੰਡੀਆ ਰਿਪੋਰਟ ਦੇ ਅਨੁਸਾਰ ਮਿਜ਼ੋਰਮ ਦੇ ਵਿੱਚ ਸਭ ਤੋਂ ਵੱਧ ਐਕਸੀਡੈਂਟ ਹੋਏ ਨੇ। ਕਿੰਨੇ ਐਕਸੀਡੈਂਟ ਹੋਏ ਨੇ ਜੀ ਇਹਦੇ ਵਿੱਚ? 79 ਐਕਸੀਡੈਂਟ ਹੋ ਰਹੇ ਨੇ। ਬਿਹਾਰ ਕਿੰਨੇ ਨੰਬਰ ਤੇ ਆ ਜੀ? ਬਿਹਾਰ ਦੂਜੇ ਨੰਬਰ ਤੇ ਆ। ਬਿਹਾਰ ਦੇ ਵਿੱਚ ਕਿੰਨੇ ਐਕਸੀਡੈਂਟ ਹੋਏ ਆ? 78। ਪੰਜਾਬ ਕਿੰਨੇ ਨੰਬਰ ਤੇ ਆ? ਪੰਜਾਬ ਤੀਜੇ ਨੰਬਰ ਤੇ ਆ। ਪੰਜਾਬ ਦੇ ਵਿੱਚ ਕਿੰਨੇ ਐਕਸੀਡੈਂਟ ਹੋਏ ਆ ਜੀ? 75 ਬਸ, ਠੀਕ ਹੈ ਜੀ। ਨੈਕਸਟ ਚੱਲਦੇ ਹਾਂ। ਕਿਸ ਭਾਰਤੀ ਤਕਨਾਲੋਜੀ ਸੰਸਥਾਨ, ਇਹਨਾਂ ਚੋਂ ਕਿਹੜੀ ਭਾਰਤੀ ਤਕਨਾਲੋਜੀ ਸੰਸਥਾਨ IIT ਨੇ ਹਵਾਈ ਆਵਾਜਾਈ ਯਾਤਰਾ ਨਿਯੰਤਰਣ ਦੀ ਰੱਖਿਆ ਲਈ ਐਲਗੋਰਿਦਮ ਨੂੰ ਵਿਕਸਿਤ ਕੀਤਾ? IIT ਖੜਗਪੁਰ ਹੋ ਗਿਆ, IIT ਬੰਬੇ ਹੋ ਗਿਆ, IIT ਦਿੱਲੀ ਹੋ ਗਿਆ ਜਾਂ IIT ਮਦਰਾਸ ਹੋ ਗਿਆ? ਸੋ ਇਹ ਵੀ ਕੁਐਸਚਨ ਤੁਹਾਡਾ ਬਣਦਾ ਵਾ ਜੀ, ਠੀਕ ਹੈ ਜੀ। ਐਲਗੋਰਿਦਮ ਟੂ ਪ੍ਰੋਜੈਕਟ ਟੂ ਏਅਰ, ਅਗਰ ਆਪਾਂ ਗੱਲ ਕਰੀਏ ਏਅਰ ਟ੍ਰੈਫਿਕ ਕੰਟਰੋਲ, ਠੀਕ ਹੈ ਜੀ। ਸੋ ਦੱਸਣਾ ਜੀ ਇਹਦਾ ਸਾਡਾ ਬਿਲਕੁਲ ਸਹੀ ਜੀ। IIT ਮਦਰਾਸ ਆਪਣਾ ਸਹੀ ਬਣਦਾ ਪਿਆ ਵਾ, ਠੀਕ ਹੈ। ਇਹਦੇ ਵਿੱਚ ਹੁਣ ਇੱਕ ਨਾ ਸਕੀਮ ਆ, ਅਗਰ ਆਪਾਂ ਗੱਲ ਕਰੀਏ, ਇੱਕ ਸਕੀਮ ਲਾਂਚ ਕੀਤੀ ਆ 2022 ਦੇ ਵਿੱਚ, ਉਡਾਨ ਸਕੀਮ। ਉਡਾਨ ਸਕੀਮ ਆ, ਇਹਦੇ ਵਿੱਚ ਆਇਆ ਕਿ ਉੜੇ ਦੇਸ਼ ਕਾ ਨਾਗਰਿਕ, ਠੀਕ ਹੈ। ਇਹਦਾ ਫੁੱਲ ਫਾਰਮ ਆ ਗਈ ਆ ਉੜੇ ਦੇਸ਼ ਕਾ ਨਾਗਰਿਕ, ਠੀਕ ਹੈ ਜੀ। ਉੜੇ ਦੇਸ਼ ਕਾ ਨਾਗਰਿਕ ਆਪਣੀ ਕੇਂਦਰ ਸਰਕਾਰ ਨੇ ਇਹ ਆਪਣੀ ਉਹ ਕੀਤੀ ਆ, ਠੀਕ ਹੈ ਜੀ, ਆਪਣੀ ਸਕੀਮ ਲਾਂਚ ਕੀਤੀ ਆ। ਅਗਰ ਆਪਾਂ ਗੱਲ ਕਰੀਏ ਰੀਜਨਲੀ ਕਨੈਕਟੀਵਿਟੀ ਬਾਏ ਏਅਰ, ਇਹਦੇ ਵਿੱਚ ਇੰਪਰੂਵ ਹੋਏਗੀ ਤੇ ਇਹਦੇ ਵਿੱਚ ਨਾ ਇਸ ਦੇ ਤਹਿਤ ਮਤਲਬ ਬਹੁਤ ਘੱਟ ਪੈਸਿਆਂ ਦੇ ਵਿੱਚ ਹਵਾਈ ਸਫ਼ਰ ਕਰ ਸਕਦਾ ਵਾ, ਠੀਕ ਹੈ। ਇੱਕ ਮਤਲਬ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਆਮ ਨਾਗਰਿਕ। ਹੁਣ ਇੱਕ ਕੁਐਸਚਨ ਹੋਰ ਪੇਪਰ ਦੇ ਵਿੱਚ ਬਣੂਗਾ ਕਿ ਇੱਕ ਜਿਹੜਾ ਆਟਮਾਨ, ਸੋ ਸਾਇੰਸ ਐਂਡ ਟੈਕ ਦੀ ਗੱਲ ਕਰ ਰਹੇ ਹਾਂ, ਠੀਕ ਹੈ ਜੀ। ਆਟਮਾਨ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਹਨੇ ਬਣਾਇਆ ਜੀ? DRDO ਨੇ ਬਣਾਇਆ, ਠੀਕ ਹੈ ਜੀ। DRDO ਨੇ ਬਣਾਇਆ ਵਾ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਨੂੰ ਕੁਐਸਚਨ ਬਣੇ ਕਿ ਸੋਇਲ ਟੈਸਟਿੰਗ ਡਿਵਾਈਸ ਕਿਹਨੇ ਬਣਾਈ ਆ ਜੀ ਇਸ ਟਾਈਮ? ਸੋਇਲ ਟੈਸਟਿੰਗ ਡਿਵਾਈਸ ਕਿਹਨੇ ਬਣਾਈ ਆ ਜੀ? IIT ਕਾਨਪੁਰ ਨੇ। IIT ਕਾਨਪੁਰ ਨੇ ਇਹ ਬਣਾਈ ਆ ਜੀ ਸੋਇਲ ਟੈਸਟਿੰਗ ਡਿਵਾਈਸ, ਠੀਕ ਆ। ਸੋ ਇਹ ਵਾਲੀਆਂ ਚੀਜ਼ਾਂ ਬਣਦੀਆਂ। ਸੋ ਸਾਇੰਸ ਦੇ ਵਿੱਚੋਂ ਵੀ ਤੁਹਾਨੂੰ ਮੈਂ ਕਰਵਾ ਦਿੰਦਾ ਕਿ ਇੱਕ ਮੰਨ ਲਓ ਨਾਈਟ੍ਰੋਜਨ ਟੂ ਆਕਸੀਜਨ ਕਨਵਰਟ, ਇਹ ਕਿਹਨੇ ਡਿਜ਼ਾਈਨ ਕੀਤਾ? ਇਹ ਕਿਹਨੇ ਬਣਾਇਆ ਵਾ ਜੀ? ਹੁਣੇ ਰੀਸੈਂਟਲੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਬਣਾਇਆ ਜੀ IIT ਬੰਬੇ ਨੇ, ਠੀਕ ਹੈ ਜੀ। ਸੋ ਇਹੀ ਸਾਰੇ ਕੁਐਸਚਨ ਬਣਦੇ ਹੁੰਦੇ ਨੇ ਪੇਪਰ 'ਚ। ਨੈਕਸਟ ਆਪਾਂ ਕਰਦੇ ਹਾਂ। ਸੋ ਆਹ ਚਲੋ ਮੇਰਾ ਐਡ ਕੀਤਾ ਹੀ ਹੋਇਆ ਸੀ, ਠੀਕ ਹੈ ਜੀ। ਆਹ ਤੁਸੀਂ ਕਰ ਸਕਦੇ ਹੋ, ਯਾਦ ਕਰ ਲਿਓ ਜੀ ਇਹਨੂੰ, ਠੀਕ ਹੈ। ਕਿਸ ਰਾਜ ਨੇ ਯੋਗਾ ਰਾਹੀਂ ਪੁਰਾਣੀਆਂ ਬਿਮਾਰੀਆਂ ਅਤੇ ਜੀਵਨ ਸ਼ੈਲੀ ਦੀਆਂ ਵਿਗਾੜਾਂ ਨੂੰ ਹੱਲ ਕਰਨ ਅਤੇ ਠੀਕ ਕਰਨ ਲਈ ਇੱਕ ਨਵੀਂ ਸਿਹਤ ਅਤੇ ਤੰਦਰੁਸਤੀ ਐਪ ਆਯੂ ਲਾਂਚ ਕੀਤੀ ਆ ਜੀ? ਕੇਰਲਾ ਨੇ ਕੀਤੀ ਆ, ਪੰਜਾਬ ਨੇ ਕੀਤੀ ਆ, ਗੁਜਰਾਤ ਨੇ ਕੀਤੀ ਆ ਜਾਂ ਆਪਣੀ ਕਰਨਾਟਕ ਨੇ ਕੀਤੀ ਆ? ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ। ਸੋ ਇਹ ਵੀ ਤੁਹਾਡਾ ਬਿਲਕੁਲ ਸਹੀ ਹੋਣਾ ਚਾਹੀਦਾ ਵਾ ਜੀ। ਆਯੂ ਐਪ ਕਿਹਨੇ ਲਾਂਚ ਕੀਤੀ ਆ ਜੀ? ਸੋ ਅਗਰ ਆਪਾਂ ਗੱਲ ਕਰੀਏ ਤਾਂ ਇਹਦਾ ਪਰਫੈਕਟ ਆਨਸਰ ਬਣਦਾ ਜੀ D, ਕਰਨਾਟਕ ਨੇ ਲਾਂਚ ਕੀਤੀ ਆ, ਠੀਕ ਆ। ਹੁਣ ਕਿਉਂ ਇਹ ਇੰਪੋਰਟੈਂਟ ਕਿਉਂ ਬਣਦਾ ਪਿਆ? ਕਿਉਂਕਿ ਇਹ ਅਗਰ ਆਪਾਂ ਗੱਲ ਕਰੀਏ ਹੈਲਥ ਐਂਡ ਵੈਲਨੈਸ ਦੇ ਨਾਲ ਅਕੋਰਡਿੰਗ ਵੀ ਆਪਾਂ ਹੋ ਸਕਦੇ ਆ, ਠੀਕ ਆ। ਅਗਰ ਆਪਾਂ ਯੋਗਾ ਦੀ ਦੇਖੋ, ਇਹਦੇ ਵਿੱਚ ਯੋਗਾ ਵਰਡ ਵੀ ਆਇਆ, ਯੋਗਾ ਦੇ ਵਿੱਚੋਂ ਕੁਐਸਚਨ ਬਣਦਾ ਕਿ ਇੰਟਰਨੈਸ਼ਨਲ ਯੋਗਾ ਡੇ ਕਦੋਂ ਮਨਾਇਆ ਜਾਂਦਾ? ਮੈਂ ਤੁਹਾਨੂੰ ਟੈਲੀਗ੍ਰਾਮ ਤੇ ਵੀ ਕੁਇਜ਼ ਪਾਇਆ ਸੀ। ਇੰਟਰਨੈਸ਼ਨਲ ਯੋਗਾ ਡੇ 21 ਜੂਨ ਨੂੰ ਮਨਾਇਆ ਜਾਂਦਾ ਵਾ, ਠੀਕ ਆ। 2022 ਦਾ ਜਿਹੜਾ ਯੋਗਾ ਡੇ ਕਿੱਥੇ ਮਨਾਇਆ ਗਿਆ ਸੀ? ਕਰਨਾਟਕਾ ਦੇ ਵਿੱਚ ਮਨਾਇਆ ਗਿਆ ਸੀ, ਠੀਕ ਆ ਜੀ। ਸੋ ਇਹੋ ਜਿਹੀ ਜਿਹੜੀ ਕੁਐਸਚਨ ਹੁੰਦੇ ਨੇ ਪੇਪਰ ਦੇ ਵਿੱਚ ਬਣਦੇ ਹੁੰਦੇ ਨੇ। ਹੁਣ ਇੱਕ ਕੁਐਸਚਨ ਤੁਹਾਨੂੰ ਮੈਂ ਹੋਰ ਦੱਸ ਦਿੰਦਾ, ਕਰਨਾਟਕਾ ਦੇ ਨਾਲ ਰਿਲੇਟਡ ਇੱਕ ਹੋਰ ਕਰੰਟ ਅਫੇਅਰ ਦਾ ਕੁਐਸਚਨ ਆ ਕਿ 1% ਰਿਜ਼ਰਵੇਸ਼ਨ ਦਿੱਤੀ ਆ। ਅਗਰ ਆਪਾਂ ਗੱਲ ਕਰੀਏ 1% ਰਿਜ਼ਰਵੇਸ਼ਨ ਦਿੱਤੀ ਆ, ਕਿਹੜੀ ਗਵਰਨਮੈਂਟ ਨੇ ਦਿੱਤੀ ਆ? ਟਰਾਂਸਜੈਂਡਰ ਨੂੰ। ਇਹ ਵੀ ਕਰਨਾਟਕਾ ਗਵਰਨਮੈਂਟ ਨੇ ਹੀ ਦਿੱਤੀ ਆ, ਠੀਕ। ਟਰਾਂਸਜੈਂਡਰਸ ਨੂੰ 1% ਰਿਜ਼ਰਵੇਸ਼ਨ ਕਿਹਨੇ ਦਿੱਤੀ ਆ? ਕਰਨਾਟਕਾ ਗਵਰਨਮੈਂਟ। ਇਹੋ ਜਿਹੇ ਕੁਐਸਚਨ ਪੇਪਰ 'ਚ ਬਣਦੇ ਹੁੰਦੇ ਨੇ। ਕਿਸ ਨੂੰ ਯੂਨੀਸੈਫ ਵੱਲੋਂ ਇਮਿਊਨਾਈਜੇਸ਼ਨ ਚੈਂਪੀਅਨ ਅਵਾਰਡ ਮਿਲਿਆ? ਪ੍ਰਵੀਨ ਕੁਮਾਰ, ਉਮਰ ਨਿਸਾਰ, ਨਾਬੁਦ ਜਾਂ ਰੌਣਕ? ਸੋ ਇਹਦਾ ਆਨਸਰ ਬਣਦਾ ਜੀ B, ਉਮਰ ਨਿਸਾਰ ਨੂੰ ਮਿਲਿਆ ਵਾ ਜੀ। ਨੈਕਸਟ ਚੱਲਦੇ ਹਾਂ ਜੀ ਆਪਾਂ। ਸੋ 29 ਕੁਐਸਚਨ ਤੇ ਆ ਗਏ, ਬਸ 21 ਕੁਐਸਚਨ ਰਹਿ ਗਏ ਜੀ। ਆਪਾਂ ਕਿਸ ਦੇਸ਼ ਦੀ
ਪੁਰਸ਼ ਹਾਕੀ ਟੀਮ ਨੇ, ਕਿਹੜੇ ਦੇਸ਼ ਦੀ ਪੁਰਸ਼ ਹਾਕੀ ਟੀਮ ਨੇ ਜਾਪਾਨ ਨੂੰ ਹਰਾ ਕੇ ਹਾਕੀ ਏਸ਼ੀਆ ਕੱਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ? ਸੋ ਇਹ ਬਹੁਤ ਇੰਪੋਰਟੈਂਟ ਬਣਦਾ। ਮਲੇਸ਼ੀਆ ਨੇ, ਪਾਕਿਸਤਾਨ ਨੇ, ਇੰਗਲੈਂਡ ਨੇ ਜਾਂ ਇੰਡੀਆ ਨੇ? ਸੋ ਹਾਕੀ ਏਸ਼ੀਆ ਕੱਪ, ਵੈਸੇ ਮੈਂ ਤੁਹਾਨੂੰ ਇਹ ਅਲੱਗ ਤੋਂ ਵੀ ਕਰਵਾ ਦੂੰਗਾ, ਪਰ ਫਿਰ ਵੀ ਤੁਹਾਨੂੰ ਅਗਰ ਤੁਸੀਂ ਪਹਿਲਾਂ ਤੋਂ ਕਰੰਟ ਅਫੇਅਰ ਕਿਤੋਂ ਪੜ੍ਹੇ ਨੇ ਤਾਂ ਇਹ ਤੁਹਾਡਾ ਬਿਲਕੁਲ ਸਹੀ ਹੋਣਾ ਚਾਹੀਦਾ ਵਾ ਜੀ। ਦੱਸੋ ਜੀ ਇਹਦਾ ਕਿਹੜਾ ਆਨਸਰ ਇਹਦਾ ਵਿੱਚ ਤੁਹਾਡਾ ਸਹੀ ਬਣਦਾ ਵਾ ਕਿ ਕਾਂਸੀ ਦਾ ਤਗਮਾ ਕਿਹਨੇ ਜਿੱਤਿਆ ਵਾ ਇਸ ਟਾਈਮ ਦੇ ਉੱਤੇ, ਕਿਹੜੀ ਆਪਣੀ ਉਹਦੀ ਟੀਮ ਨੇ ਜਿੱਤਿਆ? ਸੋ ਇਹਦਾ ਬਿਲਕੁਲ ਸਹੀ ਆਨਸਰ ਬਣਦਾ ਅਗਰ ਆਪਾਂ ਗੱਲ ਕਰੀਏ ਤਾਂ ਇੰਡੀਆ। ਸੋ ਭਾਰਤ ਨੇ ਬ੍ਰੋਂਜ਼ ਮੈਡਲ ਜਿੱਤਿਆ ਵਾ ਅਗਰ ਆਪਾਂ ਗੱਲ ਕਰੀਏ ਤਾਂ, ਠੀਕ ਹੈ ਜੀ। ਸੋ ਨੈਕਸਟ ਆਪਾਂ ਕਰਦੇ ਹਾਂ, ਸੋ ਜਾਪਾਨ ਨੂੰ ਹਰਾਇਆ ਵਾ, ਠੀਕ ਹੈ ਇਹਨਾਂ ਨੇ। ਨੈਕਸਟ ਚੱਲਦੇ ਹਾਂ ਜੀ ਹੁਣ ਆਪਾਂ। ਸੋ ਇਹਦੇ ਵਿੱਚ ਆ ਗਿਆ ਜੀ ਆਪਣਾ ਨੈਕਸਟ ਗੋਲਡ ਦੇਖ ਲਈਏ ਆਪਾਂ। ਗੋਲਡ ਦਾ ਇਹਦੇ ਵਿੱਚ ਮੈਂਸ਼ਨ ਕੀਤਾ। ਗੋਲਡ ਕਿਹਨੂੰ ਮਿਲਿਆ ਸੀ ਜੀ ਇਸ ਦੇ ਵਿੱਚ? ਹਾਕੀ ਏਸ਼ੀਆ ਕੱਪ ਦੇ ਵਿੱਚ ਗੋਲਡ ਕਿਹਨੂੰ ਮਿਲਿਆ ਸੀ? ਗੋਲਡ ਮਿਲਿਆ ਸੀ ਜੀ ਸਾਊਥ ਕੋਰੀਆ ਨੂੰ। ਸਾਊਥ ਕੋਰੀਆ ਨੂੰ ਕੀ ਮਿਲਿਆ ਸੀ ਇਸ ਸਮੇਂ? ਗੋਲਡ ਮਿਲਿਆ ਸੀ, ਠੀਕ ਹੈ ਜੀ। ਸਿਲਵਰ ਕਿਹਨੂੰ ਮਿਲਿਆ ਸੀ? ਸਿਲਵਰ ਮਿਲਿਆ ਸੀ ਜੀ ਮਲੇਸ਼ੀਆ ਨੂੰ। ਆ ਹੈ ਯਾ ਸਿਲਵਰ ਮੈਡਲ ਮਲੇਸ਼ੀਆ ਨੂੰ ਮਿਲਿਆ ਸੀ। ਗੋਲਡ ਕਿਹਨੂੰ ਮਿਲਿਆ ਜੀ? ਸਾਊਥ ਕੋਰੀਆ। ਨੈਕਸਟ ਆਪਾਂ ਚੱਲਦੇ ਹਾਂ ਜੀ। ਬਾਕੀ ਇੰਡੀਆ ਨੂੰ ਤਾਂ ਬ੍ਰੋਂਜ਼ ਆਪਾਂ ਕਰ ਹੀ ਲਿਆ ਵਾ, ਠੀਕ ਹੈ ਜੀ। FIH ਵਿਸ਼ਵ ਰੈਂਕਿੰਗ ਦੇ ਅਨੁਸਾਰ ਭਾਰਤ ਦੀ ਪੁਰਸ਼ ਹਾਕੀ ਟੀਮ ਦਾ ਇਸ ਟਾਈਮ ਜਿਹੜਾ ਰੈਂਕਿੰਗ ਇਹਨਾਂ ਨੇ 2022 ਦੇ ਵਿੱਚ ਜਾਰੀ ਕੀਤੀ ਆ, ਭਾਰਤ ਦੀ ਰੈਂਕਿੰਗ ਕਿੰਨੀ ਰਹੀ ਆ? ਠੀਕ ਹੈ, ਸਪੋਰਟਸ ਦਾ ਕਰੰਟ ਅਫੇਅਰ ਆ, ਸਪੋਰਟਸ ਦਾ ਟੌਪਿਕ ਸਪੈਸ਼ਲ ਮੈਂਸ਼ਨ ਕੀਤਾ ਵਾ ਜੀ ਉਹਨਾਂ ਨੇ ਕਿ ਦੱਸੋ ਇਹਦੇ ਵਿੱਚ ਆਪਣੀ ਰੈਂਕਿੰਗ ਕਿੰਨੀ ਬਣਦੀ ਪਈ ਆ। ਠੀਕ ਹੈ ਜੀ, ਜਿਹੜੀ ਆਪਣੀ ਇਸ ਟਾਈਮ ਦੇ ਉੱਤੇ ਰੈਂਕਿੰਗ ਜਾਰੀ ਕੀਤੀ ਆ ਇਹਨਾਂ ਨੇ। ਬਿਲਕੁਲ ਸਹੀ ਜੀ, ਇਹਦੇ ਵਿੱਚ ਆਪਣੀ ਬਣਦੀ ਪਈ ਆ ਜੀ 4th ਰੈਂਕਿੰਗ ਬਣ ਰਹੀ ਆ। ਠੀਕ ਹੈ ਜੀ, 4th ਰੈਂਕਿੰਗ ਬਣ ਰਹੀ ਆ। ਠੀਕ ਹੈ ਜੀ, ਨੈਕਸਟ ਆਪਾਂ ਚੱਲਦੇ ਹਾਂ ਜੀ। 8ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਜਿਹੜਾ ਕਿ 21 ਜੂਨ ਨੂੰ ਮਨਾਇਆ ਗਿਆ, ਉਹਦਾ ਕਿ ਥੀਮ ਕੀ ਸੀ? ਯੋਗਾ ਫॉर ਮੈਨਕਾइंड, ਯੋਗਾ ਫॉर ਹਿਊਮਨ ਬੀਇੰਗ, ਯੋਗਾ ਫॉर ਬ੍ਰਦਰਹੁੱਡ, ਯੋਗਾ ਫॉर ਹਿਊਮੈਨਿਟੀ। ਇਹ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਵੀ ਕਰਵਾਇਆ ਹੋਇਆ, ਕਿਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾ ਜੀ ਉਹ। ਸੋ 21 ਜੂਨ ਦੀ ਗੱਲ ਹੋ ਰਹੀ ਹੈ ਜੀ। ਬਿਲਕੁਲ ਸਹੀ ਜੀ, 21 ਜੂਨ ਦਾ ਆਪਣਾ ਪਰਫੈਕਟ ਆਨਸਰ ਬਣਦਾ। ਯੋਗਾ ਫॉर ਹਿਊਮੈਨਿਟੀ ਆ ਜਿਹੜੀ ਇੰਟਰਨੈਸ਼ਨਲ ਯੋਗਾ ਡੇ ਦੀ ਇਸ ਵਾਰ ਥੀਮ ਸੀ। ਦੇਖੋ ਜੀ, ਹੁਣ ਆਪਾਂ ਥੋੜਾ ਜਿਹਾ ਹੋਰ ਤੁਹਾਨੂੰ ਕਰ ਦਿੰਦੇ ਆ ਕਿਉਂਕਿ ਵੈਸੇ ਮੇਰਾ ਕਰਵਾਇਆ ਹੋਇਆ ਵਾ। ਠੀਕ ਹੈ ਜੀ, ਹੁਣ ਇੱਕ ਹੋਰ ਚੀਜ਼ ਮਨਾਈ ਜਾਂਦੀ ਆ। ਅਗਰ ਆਪਾਂ ਗੱਲ ਕਰੀਏ 21 ਮਈ ਨੂੰ ਆਪਾਂ ਐਂਟੀ ਟੈਰਰ ਡੇ ਮਨਾਉਂਦੇ ਆ। ਵੈਸੇ ਮੇਰਾ ਤੁਹਾਨੂੰ ਇਹ ਕਰਵਾਇਆ ਹੋਇਆ ਵਾ, 21 ਮਈ ਨੂੰ ਐਂਟੀ ਟੈਰਰ ਡੇ ਮਨਾਇਆ ਜਾਂਦਾ ਵਾ। ਠੀਕ ਆ, ਹੁਣ ਇੱਕ ਕੁਐਸਚਨ ਹੋਰ ਬਣਦਾ ਵਾ ਕਿ 22 ਮਈ ਨੂੰ ਕੀ ਬਣਾਇਆ ਜਾਂਦਾ? ਬਾਇਓਡਾਇਵਰਸਿਟੀ ਡੇ। ਠੀਕ ਹੈ, ਸੋ এনवायरमेंट ਦੇ ਨਾਲ ਰਿਲੇਟਡ ਆ। ਬਾਇਓਡਾਇਵਰਸਿਟੀ ਡੇ 22 ਮਈ ਨੂੰ ਮਨਾਇਆ ਜਾਂਦਾ ਵਾ। ਠੀਕ ਆ, ਸੋ ਡੇਜ਼ ਵਾਲੀ PDF ਮੈਂ ਤੁਹਾਨੂੰ ਦਿੱਤੀ ਹੋਈ ਆ। ਇੱਕ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨ ਰਿਪੀਟ ਹੁੰਦਾ ਕਿ 22 ਅਪ੍ਰੈਲ ਨੂੰ ਕਿਹੜਾ ਦਿਨ ਮਨਾਇਆ ਜਾਂਦਾ। ਠੀਕ ਹੈ, ਜਾਂ ਉਹ ਪੁੱਛਣਗੇ ਅਰਥ ਡੇ ਮਨਾਇਆ ਜਾਂਦਾ। ਠੀਕ ਹੈ ਜੀ, 22 ਅਪ੍ਰੈਲ ਨੂੰ। ਸੋ ਇੱਕ ਹੋਰ ਤੁਸੀਂ ਚੀਜ਼ ਯਾਦ ਕਰ ਲਓ ਜੀ, 22 ਮਾਰਚ। 22 ਮਾਰਚ ਨੂੰ ਕੀ ਮਨਾਇਆ ਜਾਂਦਾ? ਦੇਖੋ 22 21 ਦੀ ਮੈਂ ਗੱਲ ਆ ਰਿਹਾ ਕਿ 21 22 ਦੇ ਨਾਲ ਰਿਲੇਟਡ ਰਹਿ ਕੇ ਤੁਸੀਂ ਕਿਵੇਂ ਸਿੱਖ ਸਕਦੇ ਹੋ। 22 ਅਪ੍ਰੈਲ ਨੂੰ ਅਰਥ ਡੇ ਸੀ। 22 ਮਾਰਚ ਨੂੰ ਆਪਾਂ ਕੀ ਮਨਾਉਂਦੇ ਆ? ਵਾਟਰ ਡੇ। ਵਾਟਰ ਡੇ ਮਨਾਉਂਦੇ। ਠੀਕ ਹੈ ਜੀ, ਬਸ ਇਹ ਚੀਜ਼ਾਂ ਤੁਸੀਂ ਐਡੀਸ਼ਨਲ ਫੈਕਟ ਯਾਦ ਕਰ ਸਕਦੇ ਹੋ। ਹਾਲ ਹੀ ਦੇ ਵਿੱਚ ਕਿਹੜਾ ਦੇਸ਼ ਆ ਜਿਹੜਾ ਕੋਵਿਡ ਟੀਕਿਆਂ ਦਾ ਸਭ ਤੋਂ ਵੱਧ ਪ੍ਰਾਪਤ ਕਰਤਾ ਬਣ ਚੁੱਕਿਆ ਵਾ? ਇੰਡੀਆ, ਚਾਈਨਾ, ਬੰਗਲਾਦੇਸ਼ ਜਾਂ ਆਪਣਾ ਨੈਕਸਟ ਆ ਗਿਆ ਜੀ ਪਾਕਿਸਤਾਨ। ਸੋ ਇਹਦਾ ਬਿਲਕੁਲ ਸਹੀ ਆਨਸਰ ਬਣਦਾ ਪਿਆ ਵਾ ਜੀ ਕਿ ਇਸ ਟਾਈਮ ਦੇ ਉੱਤੇ ਕਿਹੜਾ ਆਪਣਾ ਦੇਸ਼ ਆ ਜਿਹੜਾ ਕਿ ਸਭ ਤੋਂ ਵੱਧ ਉਹ ਬਣਿਆ ਵਾ? ਸੋ ਇਹ ਆ ਵਾ ਆਪਣਾ ਬੰਗਲਾਦੇਸ਼। ਨੈਕਸਟ ਚੱਲਦੇ ਹਾਂ। ਨੈਕਸਟ ਕੁਐਸਚਨ ਆ ਗਿਆ ਜੀ ਸਾਡਾ, ਸੰਯੁਕਤ ਰਾਸ਼ਟਰ ਨੇ ਇਹਨਾਂ ਦੇ ਵਿੱਚੋਂ ਯੂਨਾਈਟਿਡ ਨੇਸ਼ਨ ਨੇ ਕਿਹੜੇ ਦੇਸ਼ ਦੀ ਨਾ ਬੇਨਤੀ ਪ੍ਰਵਾਨ ਕਰ ਲਈ ਕਿ ਮਤਲਬ ਕਿ ਇਹਨਾਂ ਦਾ ਨਾਮ ਚੇਂਜ ਕਰ ਦਿਓ? ਠੀਕ ਹੈ ਜੀ, ਯੂਨਾਈਟਿਡ ਨੇਸ਼ਨ, ਟਰਕੀ, ਅਫਗਾਨਿਸਤਾਨ, ਇਜਿਪਟ ਜਾਂ ਆਪਣਾ ਨਨ ਆਫ ਦੀ ਅਬਵ। ਦੱਸੋ ਜੀ, ਅਗਰ ਤੁਸੀਂ ਪਹਿਲਾਂ ਤੋਂ ਇਹ ਕੀਤਾ ਹੋਇਆ ਵਾ ਤਾਂ ਇਹ ਤੁਹਾਡਾ ਬਿਲਕੁਲ ਸਹੀ ਹੋਣਾ ਚਾਹੀਦਾ ਵਾ ਜੀ। ਕਿਹੜੇ ਦੇਸ਼ ਦੀ ਇਹ ਨਾਮ ਚੇਂਜ ਕਰਨ ਦੀ ਇਹਨਾਂ ਨੇ ਉਹ ਕੀਤੀ ਹੋਈ ਹੈ ਜੀ? ਸੋ ਬਿਲਕੁਲ ਸਹੀ ਜੀ, ਇਹਨਾਂ ਦਾ ਨਾਮ ਚੇਂਜ ਕਰ ਟਰਕੀ ਦਾ। ਠੀਕ ਹੈ ਜੀ, ਨੈਕਸਟ ਚੱਲਦੇ ਹਾਂ। ਸੋ ਵਿਸ਼ਵ ਵਾਤਾਵਰਣ ਦਿਵਸ, ਵਿਸ਼ਵ ਵਾਤਾਵਰਣ ਵਰਲਡ এনवायरमेंट ਡੇ ਕਦੋਂ ਮਨਾਇਆ ਜਾਂਦਾ ਜੀ? ਇਹ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਊਗਾ ਕਿ ਜਿਹੜਾ ਵਰਲਡ এনवायरमेंट ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਵਾ ਜੀ। ਸੋ ਇਹੋ ਜਿਹੇ ਕੁਐਸਚਨ ਹੀ ਪੇਪਰ ਦੇ ਵਿੱਚ ਬਣਦੇ ਹੁੰਦੇ ਨੇ, ਹੋਰ ਕੋਈ ਅਲੱਗ ਤੋਂ ਇਦਾਂ ਨਹੀਂ ਹੁੰਦਾ ਕਿ ਕੋਈ ਹੋਰ ਤੁਹਾਨੂੰ ਕੁਐਸਚਨ ਬਣਨਗੇ। ਠੀਕ ਹੈ ਜੀ, ਪੇਪਰ ਦੇ ਵਿੱਚ। ਸੋ ਬਿਲਕੁਲ ਸਹੀ ਜੀ, ਇਹ 5 ਜੂਨ ਆਪਣਾ ਬਿਲਕੁਲ ਸਹੀ ਆਨਸਰ ਬਣਦਾ ਪਿਆ ਵਾ, ਵਰਲਡ এনवायरमेंट। ਠੀਕ ਹੈ ਜੀ, ਸੋ ਇਹ ਮੈਂ ਤੁਹਾਨੂੰ ਸ਼ਾਇਦ ਟੈਲੀਗ੍ਰਾਮ ਦੇ ਉੱਤੇ ਕੁਇਜ਼ ਵੀ ਪਾਇਆ ਸੀ ਕਿ ਇਹਦੇ ਵਿੱਚ ਮਤਲਬ ਵਰਲਡ এনवायरमेंट ਡੇ ਕਦੋਂ ਮਨਾਇਆ ਜਾਂਦਾ। ਤਾਂ ਇਹਦੀ ਥੀਮ ਵੀ ਮੇਰੀ ਤੁਹਾਨੂੰ ਕਰਵਾਈ ਹੋਈ ਆ ਕਿ ਜਿਹੜੀ ਇਹਦੀ ਥੀਮ ਆ ਇਹਦੀ ਇਸ ਟਾਈਮ 2022 ਦੀ ਵਰਲਡ এনवायरमेंट ਡੇ ਦੀ ਥੀਮ ਕੀ ਆ ਜੀ? ਓਨਲੀ ਵਨ ਅਰਥ। ਪੇਪਰ ਦੇ ਵਿੱਚ ਬਹੁਤ ਵਾਰ PSSB ਨੇ ਇਹ ਕੁਐਸਚਨ ਰਿਪੀਟ ਕੀਤਾ ਵਾ ਕਰੰਟ ਅਫੇਅਰ ਦੇ ਵਿੱਚ। ਠੀਕ ਹੈ ਜੀ, ਕਿ ਇਹਦੀ ਥੀਮ ਕੀ ਆ? ਓਨਲੀ ਵਨ ਅਰਥ ਇਹਦੀ ਥੀਮ ਆ ਜੀ। ਨੈਕਸਟ ਆਪਾਂ ਕਰਦੇ ਹਾਂ। ਵਿਸ਼ਵ ਭੋਜਨ ਦਿਵਸ, ਵਰਲਡ ਫੂਡ ਸੇਫਟੀ ਡੇ ਕਦੋਂ ਆਬਜ਼ਰਵ ਕੀਤਾ ਜਾਂਦਾ? ਸੋ ਜੀ ਇਹੀ ਬੜਾ 7 ਜੂਨ, 8 ਜੂਨ, 5 ਜੂਨ ਜਾਂ 6 ਜੂਨ, ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਬਣਦੇ ਹੁੰਦੇ ਨੇ। ਸੋ ਇਹ ਵੀ ਤੁਹਾਡਾ ਬਿਲਕੁਲ ਸਹੀ ਹੋਏਗਾ ਜੀ, ਵਰਲਡ ਫੂਡ ਸੇਫਟੀ ਡੇ 7 ਜੂਨ ਨੂੰ ਮਨਾਇਆ ਜਾਂਦਾ ਵਾ ਜੀ। ਇਹ ਆਨਸਰ ਇਹਦਾ ਬਿਲਕੁਲ ਸਹੀ ਹੋਇਆ।
ਵੱਖ-ਵੱਖ ਯੁੱਧਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਕੁਐਸਚਨ ਆਇਆ ਵਾ ਜੀ, ਵੱਖ-ਵੱਖ ਯੁੱਧਾਂ ਦੇ ਵਿੱਚ ਹਵਾਈ ਸੈਨਿਕਾਂ ਦੀ ਭੂਮਿਕਾ ਤੇ ਇਸ ਦੇ ਸਮੁੱਚੇ ਕਾਰਜਾਂ ਨੂੰ ਦਰਸਾਉਣ ਲਈ ਇੱਕ ਵਿਰਾਸਤੀ ਕੇਂਦਰੀ ਸ਼ਹਿਰ ਕਿੱਥੇ ਬਣਿਆ ਵਾ? ਜੋਧਪੁਰ 'ਚ, ਚੰਡੀਗੜ੍ਹ, ਸ਼ਿਮਲਾ ਜਾਂ ਦੇਹਰਾਦੂਨ। ਮਤਲਬ ਕਿ ਸਿੱਧੀ ਜੀ ਗੱਲ ਹੋ ਗਈ, ਇੰਡੀਅਨ 에ਅਰ ਫੋਰਸ ਦੇ ਨਾਲ ਰਿਲੇਟਡ ਇੱਕ ਹੈਰੀਟੇਜ ਸੈਂਟਰ ਬਣਾਇਆ ਵਾ, ਓਵਰਆਲ ਫੰਕਸ਼ਨ ਉਹਦੇ ਵਿੱਚ ਵਾਰਸ ਵਗੈਰਾ ਦਿਖਾਉਣਗੇ ਇਹ, ਤਾਂ ਕਿੱਥੇ ਬਣਿਆ ਹੋਇਆ ਜੀ? ਸੋ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ ਆਪਣੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਅਗਰ ਆਪਾਂ ਗੱਲ ਕਰੀਏ। ਸੋ ਬਿਲਕੁਲ ਸਹੀ ਜੀ, ਇਹਦਾ ਵਿੱਚ ਆਪਣਾ ਆਨਸਰ ਬਣਦਾ ਵਾ ਜੀ ਇਹਦਾ ਚੰਡੀਗੜ੍ਹ, ਇਹਦਾ ਬਿਲਕੁਲ ਸਹੀ ਆਨਸਰ ਬਣਦਾ। ਸੋ ਇਸ ਲਈ ਮੈਂ ਕਹਿੰਦਾ ਕਿ ਪੇਪਰ ਦੇ ਵਿੱਚ ਇਹ ਰਿਪੀਟ ਹੁੰਦਾ। ਸੋ ਉੱਪਰ ਵਾਲੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਥੀਮ ਸ਼ਾਇਦ ਆਪਾਂ ਕੀਤੀ ਨਹੀਂ ਜੀ। ਵਰਲਡ ਫੂਡ ਸੇਫਟੀ ਡੇ ਜਿਹੜਾ ਕਿ 7 ਜੂਨ ਨੂੰ ਮਨਾਇਆ ਜਾਂਦਾ, ਇਹਦੀ ਥੀਮ ਇਸ ਟਾਈਮ ਦੇ ਉੱਤੇ ਕੀ ਆ? ਇਹਦੀ ਥੀਮ ਹੈਗੀ ਆ ਜੀ ਆਪਣੀ ਸਫਰ ਫੂਡ ਤੇ ਬੈਟਰ ਹੈਲਥ, ਠੀਕ ਹੈ ਜੀ। ਇਹ ਇਹਦੀ ਇਸ ਵਾਰ 2022 ਦੀ ਥੀਮ ਆ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲੇ, ਨੈਕਸਟ ਆ ਗਿਆ ਜੀ ਇਹਨਾਂ ਦੇ ਵਿੱਚੋਂ ਵੱਖ-ਵੱਖ ਯੁੱਧਾਂ ਵਿੱਚ ਭਾਰਤੀ ਹਵਾਈ ਸੈਨਾ ਦੀ ਭੂਮਿਕਾ। ਇਹ ਆਪਾਂ ਕਰ ਲਿਆ ਹੋਇਆ ਜੀ ਚੰਡੀਗੜ੍ਹ, ਠੀਕ ਹੈ ਜੀ, ਬਹੁਤ ਚੰਗੀ। ਦੱਸੋ ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਬਣਦੇ ਨੇ, ਠੀਕ ਹੈ ਜੀ, ਹਵਾਈ ਵਾਲੇ। ਸੋ ਹਵਾਈ ਦੀ ਆਪਾਂ ਥੋੜਾ ਜਿਹਾ ਆਪਾਂ ਕਰ ਲਿਆ ਕਿ ਪਹਿਲੀ ਗੱਲ ਤਾਂ ਇਹਦੇ ਵਿੱਚ ਇਹ ਆਉਂਦਾ ਵਾ ਕਿ ਜਿਹੜੇ ਹਵਾਈ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਇੰਡੀਅਨ 에ਅਰ ਫੋਰਸ ਦੇ ਚੀਫ ਕੌਣ ਨੇ ਪਹਿਲਾਂ ਤਾਂ, ਠੀਕ ਹੈ। ਇੰਡੀਅਨ 에ਅਰ ਫੋਰਸ ਦੇ ਇਸ ਟਾਈਮ ਦੇ ਚੀਫ ਨੇ ਜੀ ਵਿਵੇਕ ਰਾਮ ਚੌਧਰੀ। ਸੋ ਸਟੈਟਿਕ ਵੀ ਪੁੱਛ ਸਕਦੇ ਨੇ, ਕਰੰਟ ਵੀ ਪੁੱਛ ਸਕਦੇ ਨੇ, ਪਹਿਲਾਂ ਵੀ ਪੁੱਛ ਸਕਦੇ ਨੇ, ਠੀਕ ਹੈ ਜੀ। ਹੁਣ ਜੇਕਰ ਆਪਣਾ ਵਰਲਡ ਹੈਰੀਟੇਜ ਡੇ ਆਪਾਂ ਕਦੋਂ ਮਨਾਉਂਦੇ ਹਾਂ? ਵਰਲਡ ਹੈਰੀਟੇਜ ਡੇ ਆਪਣਾ ਕਦੋਂ ਮਨਾਇਆ ਜਾਂਦਾ? 18 ਅਪ੍ਰੈਲ ਨੂੰ ਮਨਾਇਆ ਜਾਂਦਾ, ਠੀਕ ਹੈ ਜੀ। ਸੋ ਨੈਕਸਟ ਚੱਲਦੇ ਹਾਂ ਜੀ ਆਪਾਂ। ਕਿਹੜੇ ਸਾਬਕਾ ਕ੍ਰਿਕਟਰ ਨੇ ਵਰਲਡ ਵਾਈਡ ਐਜੂਕੇਸ਼ਨਲ ਕਲਾਸ ਪਲੱਸ ਐਪਲੀਕੇਸ਼ਨ ਲਾਂਚ ਕੀਤੀ? ਤੁਹਾਨੂੰ ਸਾਰਿਆਂ ਨੂੰ ਪਤਾ, ਬਹੁਤ ਐਡਾਂ ਆ ਰਹੀਆਂ ਨੇ, ਠੀਕ ਹੈ ਜੀ। ਸੌਰਵ ਗਾਂਗੁਲੀ ਨੇ। ਨੈਕਸਟ 38 ਨੰਬਰ ਕੁਐਸਚਨ ਆ ਗਿਆ ਜੀ, ਔਸਿਡ, ਠੀਕ ਹੈ ਜੀ। ਅਕੋਰਡਿੰਗ ਟੂ ਔਸਿਡ ਪਲਾਸਟਿਕ ਗਲੋਬਲ ਪਲਾਸਟਿਕ ਵੇਸਟ ਵਿਲ ਸੈਟ ਅਪ ਟੂ ਆਲਮੋਸਟ ਟ੍ਰਿਪਲ ਹੋ ਜਾਊਗਾ, ਮਤਲਬ, ਠੀਕ ਹੈ ਜੀ। ਪਲਾਸਟਿਕ ਕੂੜਾ ਵੇਸਟ ਆ ਜਿਹੜਾ ਕਿਸ ਸਾਲ ਤੱਕ ਲਗਭਗ 3 ਗੁਣਾ ਹੋ ਜਾਏਗਾ? 2030, 45, 55 ਜਾਂ 60? 2060 ਇਹਦਾ ਬਿਲਕੁਲ ਸਹੀ ਆਨਸਰ ਬਣਦਾ। ਕਿਹੜੀ ਪ੍ਰਾਈਵੇਟ ਫਰਮ ਨਾਸਾ ਦੇ ਪੇਸ ਮਿਸ਼ਨ ਦੇ ਵਿੱਚ ਸ਼ਾਮਲ ਹੋਈ ਆ? ਮਾਰਕਸ ਵੈਦਰ, ਮੈਥਮੈਟਿਕਸ ਐਂਡ ਕਲਿੰਬਾ ਜਾਂ ਆਪਣੀ MB? ਸੋ ਇਹਦਾ ਡੀ ਆਨਸਰ ਬਿਲਕੁਲ ਸਹੀ ਬਣਾ MB, ਠੀਕ ਹੈ। ਸਾਇੰਸ ਐਂਡ ਟੈਕ ਦੇ ਵਿੱਚੋਂ ਇਦਾਂ ਦੇ ਕੁਐਸਚਨ ਬਣਦੇ ਹੁੰਦੇ ਨੇ। ਹਾਂਜੀ, ਪੁਰਸ਼ ਸਿੰਗਲ ਫ੍ਰੈਂਚ ਓਪਨ ਗ੍ਰੈਂਡ ਸਲੈਮ 2022 ਦਾ ਪੁੱਛਿਆ ਵਾ ਜੀ ਉਹਨਾਂ ਨੇ ਕਿ ਗ੍ਰੈਂਡ ਸਲੈਮ ਦੇ ਵਿੱਚੋਂ ਵੀ ਕੁਐਸਚਨ ਪੁੱਛਦਾ ਵਾ। ਰਾਫਲ ਨਡਾਲ ਨੇ ਜਿੱਤਿਆ, ਕਾਸਪਰ ਰੂਡ ਨੇ ਜਿੱਤਿਆ, ਮਾਰਕਲੀਓ ਅਰਬੈਲੋ ਨੇ ਜਿੱਤਿਆ ਜਾਂ ਜੀਨ ਜੂਲੀਅਨ ਰੋਜ਼ਰ ਨੇ ਜਿੱਤਿਆ ਜੀ। ਸੋ ਇਹੋ ਜਿਹੇ ਕੁਐਸਚਨ ਵੀ ਪੇਪਰ ਦੇ ਵਿੱਚ ਬਣਦੇ ਨੇ, ਕਿਉਂਕਿ ਇਹੋ ਜਿਹੇ ਜਿਹੜੇ ਕੁਐਸਚਨ ਨੇ, ਕਿਉਂਕਿ ਸਪੋਰਟਸ ਦੇ ਨਾਲ ਰਿਲੇਟਡ, ਚਾਹੇ ਉਹ ਗ੍ਰੈਂਡ ਸਲੈਮ ਦੇ ਵਿੱਚੋਂ ਪੁੱਛ ਸਕਦੇ ਨੇ, ਜਿੱਦਾਂ ਕਿ ਓਪਨ ਹੁੰਦੇ ਨੇ, ਠੀਕ ਆ। ਸੋ ਉਹ ਵਾਲੇ ਆਸਟ੍ਰੇਲੀਅਨ ਓਪਨ ਹੋ ਗਿਆ। ਹੁਣ ਇਹਦੇ ਵਿੱਚ ਇਹਨਾਂ ਨੇ ਕੀ ਪੁੱਛਿਆ ਹੋਇਆ ਵਾ? ਇਹਦੇ ਵਿੱਚ ਇਹਨਾਂ ਨੇ ਫ੍ਰੈਂਚ ਓਪਨ ਟੈਨਿਸ ਪੁੱਛਿਆ। ਸੋ ਉਹ ਤੁਹਾਨੂੰ ਆਸਟ੍ਰੇਲੀਅਨ ਓਪਨ ਵੀ ਪੁੱਛ ਸਕਦੇ ਨੇ। ਸੋ ਸਾਰਿਆਂ ਦਾ ਉਹ ਪੁੱਛ ਸਕਦੇ ਨੇ, ਜਿਵੇਂ ਜਿਵੇਂ ਹੁੰਦੇ ਜਾਂਦੇ ਨੇ ਉਹ ਹੋ ਹੀ ਜਾਣਗਾ। ਸੋ ਦੇਖੋ ਜੀ, ਇਹਦਾ ਆਨਸਰ ਬਣਦਾ ਰਾਫਲ ਨਾਡਲ ਆ, ਜਿਹਨੇ ਕਿ ਫ੍ਰੈਂਚ ਓਪਨ ਟੈਨਿਸ ਆਪਣਾ ਗ੍ਰੈਂਡ ਸਲੈਮ ਆ ਜਿਹੜਾ 2022 ਦਾ ਜਿੱਤਿਆ। ਜੇਕਰ ਆਪਾਂ ਨੂੰ ਕੁਐਸਚਨ ਬਣੇ ਕਿ ਇਸ ਵਾਰ ਦਾ ਆਪਣਾ ਆਸਟ੍ਰੇਲੀਅਨ ਓਪਨ 2022 ਕਿਹਨੇ ਜਿੱਤਿਆ, ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ 2022 ਕਿਹਨੇ ਜਿੱਤਿਆ, ਇਹ ਵੀ ਰਾਫਲ ਨਾਡਲ ਨੇ ਹੀ ਜਿੱਤਿਆ, ਠੀਕ ਆ। ਮੈਨ ਦੀ ਗੱਲ ਹੋ ਰਹੀ ਆ। ਜੇਕਰ ਵੂਮਨ ਦਾ ਆਪਾਂ ਨੂੰ ਆਸਟ੍ਰੇਲੀਅਨ ਓਪਨ ਪੁੱਛੇ ਤਾਂ ਉਹ ਕਿਹਨੇ ਜਿੱਤਿਆ? ਐਸ਼ਲੈਗ ਬਾਰਟੀ ਨੇ ਜਿੱਤਿਆ। ਵੈਸੇ ਇਹ ਮੈਂ ਤੁਹਾਨੂੰ ਅਲੱਗ ਤੋਂ ਕਲਾਸ ਲੈ ਕੇ ਆਉਂਗਾ, ਸਪੋਰਟਸ ਆਪਾਂ ਟੌਪਿਕ ਸ਼ੁਰੂ ਕਰਤਾ ਹੋਇਆ ਵਾ, ਐਸ਼ਲੇ ਬਾਰਟੀ ਨੂੰ ਇਹ ਜਿੱਤਿਆ ਵਾ, ਠੀਕ ਹੈ ਜੀ। ਨੈਕਸਟ ਆਪਾਂ ਕਰਦੇ ਹਾਂ ਸੰਤ ਕਬੀਰ ਅਕੈਡਮੀ ਅਤੇ ਖੋਜ ਕੇਂਦਰ ਦਾ ਉਦਘਾਟਨ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਸ਼ਹਿਰ ਦੇ ਵਿੱਚ ਕੀਤਾ ਗਿਆ ਵਾ? ਕਿਹੜੇ ਰਾਜ ਦੇ ਵਿੱਚ ਕੀਤਾ? ਬਿਹਾਰ ਦੇ ਵਿੱਚ, ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਜਾਂ ਉੱਤਰ ਪ੍ਰਦੇਸ਼ ਦੇ ਵਿੱਚ? ਸੋ ਇਹ ਵੀ ਇੰਪੋਰਟੈਂਟ ਬਣਦਾ ਵਾ ਜੀ ਕੁਐਸਚਨ। ਸੋ ਇਹ ਕਿੱਥੇ ਕੀਤਾ ਵਾ ਜੀ? ਇਹਦਾ ਡੀ ਆਨਸਰ ਸਹੀ ਬਣਦਾ ਜੀ, ਉੱਤਰ ਪ੍ਰਦੇਸ਼ ਦੇ ਵਿੱਚ ਕੀਤਾ ਵਾ, ਠੀਕ ਆ। ਇਹ ਆਪਣੇ ਸੰਤ ਕਬੀਰ ਅਕੈਡਮੀ ਐਂਟੀ ਰਿਸਰਚ ਸੈਂਟਰ, ਜਿੱਦਾਂ ਇਦਾਂ ਦੇ ਕੋਈ ਰਿਸਰਚ ਸੈਂਟਰ ਬਣਦੇ ਹੁੰਦੇ ਨੇ। ਸੋ ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਬਣਦੇ ਹੁੰਦੇ ਨੇ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਆਪਣਾ 42 ਨੰਬਰ FSSI, ਯਾਨੀ ਕਿ ਨੈਸ਼ਨਲ ਫੂਡ ਲੈਬੋਰਟਰੀ ਆਫ FSSAI ਹੈਜ਼ ਇਨਐਗੂਰੇਟਡ ਇਨ ਵਿਚ ਆਫ ਦਾ ਫੋਲੋਇੰਗ ਸਟੇਟ? ਕਿੱਥੇ ਇਹਦੀ ਰਾਸ਼ਟਰੀ ਖੁਰਾਕ ਪ੍ਰਯੋਗਸ਼ਾਲਾ ਕਿੱਥੇ ਉਦਘਾਟਨ ਕੀਤਾ? ਪੰਜਾਬ 'ਚ ਕੀਤਾ, ਹਰਿਆਣਾ 'ਚ ਕੀਤਾ, ਬਿਹਾਰ 'ਚ ਕੀਤਾ ਜਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕੀਤਾ ਵਾ? ਸੋ ਇਹ ਵੀ ਕੁਐਸਚਨ ਤੁਹਾਡਾ ਬਿਲਕੁਲ ਸਹੀ ਹੋਣਾ ਚਾਹੀਦਾ ਵਾ ਜੀ। ਜੇਕਰ ਤੁਸੀਂ ਪਹਿਲਾਂ ਤੋਂ ਇਹ ਵਾਲੇ MCQ ਕੀਤੇ ਹੋਏ ਨੇ ਜਾਂ ਪਹਿਲਾਂ ਤੁਸੀਂ ਕਿਤੋਂ ਵੀ ਫੋਲੋ ਕੀਤਾ ਹੋਇਆ ਤਾਂ ਇਹ ਵਾਲੇ ਆਪਾਂ ਮੋਸਟ ਇੰਪੋਰਟੈਂਟ ਹੀ ਲੈ ਕੇ ਆਏ ਆ, ਕੋਈ ਉੱਦਾਂ ਦੇ ਨਹੀਂ ਲੈ ਕੇ ਆਏ, ਠੀਕ ਹੈ ਜੀ। ਸੋ ਇਹਦਾ C ਆਨਸਰ ਬਿਲਕੁਲ ਸਹੀ ਬਣਦਾ, ਬਿਹਾਰ ਦੇ ਵਿੱਚ ਕੀਤਾ ਵਾ, ਠੀਕ ਆ। ਸੋ ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਰਿਪੀਟ ਹੁੰਦੇ ਨੇ। ਨੈਕਸਟ ਆਪਣਾ ਕੁਐਸਚਨ ਆ ਗਿਆ ਜੀ 43 ਨੰਬਰ ਕੁਐਸਚਨ। ਕਿਹੜੀ ਰਾਜ ਸਰਕਾਰ ਨੇ ਜੁਲਾਈ 2022 ਤੋਂ ਸਾਰੇ ਸਿੰਗਲ ਯੂਜ਼ ਪਲਾਸਟਿਕ ਤੇ ਪਾਬੰਦੀ ਲਗਾ ਦਿੱਤੀ ਹੈ? ਮੋਸਟ ਇੰਪੋਰਟੈਂਟ ਕੁਐਸਚਨ ਜੀ। ਹਰਿਆਣਾ, ਪੰਜਾਬ, ਮੱਧ ਪ੍ਰਦੇਸ਼ ਜਾਂ ਗੁਜਰਾਤ? ਕਿਹੜੀ ਰਾਜ ਸਰਕਾਰ ਨੇ ਲਾਈ ਆ? ਦੱਸੋ ਜੀ।
ਕਰੰਟ ਅਫੇਅਰ ਨਾਲ ਤੁਸੀਂ ਜੁੜੇ ਹੋਵੋਗੇ ਤਾਂ ਤੁਹਾਨੂੰ ਪਤਾ ਹੋਵੇਗਾ ਜੀ। ਪੰਜਾਬ ਸਰਕਾਰ ਆ, ਠੀਕ ਹੈ ਜੀ, ਜਿਹਨੇ ਕਿ ਪੂਰੀ ਤਰ੍ਹਾਂ ਨਾਲ ਜੁਲਾਈ ਤੋਂ ਆਪਣੇ ਪਲਾਸਟਿਕ ਦੇ ਉੱਤੇ ਪੂਰੀ ਤਰ੍ਹਾਂ ਨਾਲ ਉਹ ਰੋਕਥਾਮ ਲਾ ਦਿੱਤੀ ਆ, ਪਾਬੰਦੀ ਲਗਾ ਦਿੱਤੀ ਆ, ਰੋਕ ਦਿੱਤਾ ਵਾ, ਠੀਕ ਹੈ ਜੀ। ਹੁਣ ਪੰਜਾਬ ਤੋਂ ਇੱਕ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਕਰਾਇਆ ਕਿ ਈ ਸਟੈਂਪ ਐਪਲੀਕੇਸ਼ਨ, ਇਹ ਵੀ ਪੰਜਾਬ ਦੀ ਆ, ਠੀਕ ਹੈ ਜੀ। ਜੇਕਰ ਆਪਾਂ ਨੂੰ ਕੁਐਸਚਨ ਮੇਰਾ ਘਰ ਮੇਰੇ ਨਾਮ, ਠੀਕ ਹੈ ਜੀ, ਮੇਰਾ ਘਰ ਮੇਰੇ ਨਾਮ ਅਗਰ ਆਪਾਂ ਗੱਲ ਕਰੀਏ, ਇਹ ਯੋਜਨਾ ਕਿਹਦੀ ਆ, ਇਹ ਵੀ ਆਪਣੀ ਪੰਜਾਬ ਦੀ ਆ, ਠੀਕ ਹੈ ਜੀ। ਨੈਕਸਟ ਚੱਲਦੇ ਹਾਂ। ਕਿਸ ਦੇਸ਼ ਨੇ ਗਲੋਬਲ ਪਹਿਲ ਕਦਮੀ ਅਵਾਰਡ ਦੇ ਤਹਿਤ ਲਾਈਫ ਸਟਾਈਲ ਫॉर एनवायरमेंटल ਲਾਈਫ ਮੂਵਮੈਂਟ ਦੀ ਸ਼ੁਰੂਆਤ ਕੀਤੀ ਆ? ਅਮਰੀਕਾ, ਯੂਨਾਈਟਿਡ ਅਰਬ ਐਮੀਰੇਟ, ਚਾਈਨਾ ਜਾਂ ਆਪਣਾ ਇੰਡੀਆ? ਦੱਸੋ ਜੀ ਇਹਨਾਂ ਦੇ ਵਿੱਚੋਂ ਕਿਹਨੇ ਪਹਿਲ ਕਦਮੀ ਕੀਤੀ ਆ ਜੀ? ਠੀਕ ਹੈ ਜੀ, ਲਾਈਫ ਮੂਵਮੈਂਟ। ਸੋ এনवायरमेंट ਦੇ ਨਾਲ ਰਿਲੇਟਡ ਜਦੋਂ ਇਦਾਂ ਦਾ ਕੋਈ ਵੀ ਕੁਐਸਚਨ ਬਣਦਾ ਹੁੰਦਾ ਵਾ ਤਾਂ ਆਪਾਂ ਨੂੰ ਇਹ ਇੰਪੋਰਟੈਂਟ ਬਣ ਜਾਂਦਾ। ਸੋ ਇਹ ਆਪਣਾ ਦੇਸ਼ ਭਾਰਤ ਨੇ, ਠੀਕ ਹੈ ਜੀ, ਭਾਰਤ ਨੇ ਇਹ ਚੀਜ਼ ਕੀਤੀ ਹੈ। ਨੈਕਸਟ ਕਰਦੇ ਹਾਂ। ਨਰਿੰਦਰ ਮੋਦੀ ਨੇ ਲਾਂਚ ਕੀਤੀ ਹੈ, ਠੀਕ ਹੈ ਜੀ, ਇਹ ਇੰਡੀਆ ਦੀ। ਨੈਕਸਟ ਆਪਾਂ ਮੰਗੋਲੀਆ ਦੇ ਵਿੱਚ ਭਾਰਤੀ ਫੌਜ ਨੇ ਕਿਸ ਬਹੁਰਾਸ਼ਟਰੀ ਸ਼ਾਂਤੀ ਰੱਖਿਆ ਅਭਿਆਸ 'ਚ ਹਿੱਸਾ ਲਿਆ? ਠੀਕ ਹੈ ਜੀ, ਸੋ ਇੰਡੀਅਨ ਮੰਗੋਲੀਆ ਦੇ ਵਿੱਚ। ਸੋ ਇਹ ਹੈਗੀ ਆ ਐਕਸ ਖਾਨ ਕੁਐਸਟ 2022। ਨੈਕਸਟ 46 ਨੰਬਰ ਕੁਐਸਚਨ ਦੇ ਆ ਗਏ ਜੀ। ਹਾਲ ਹੀ ਦੇ ਵਿੱਚ ਭਾਰਤ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜੀ ਪਰਮਾਣੂ ਸਮਰੱਥਾ ਵਾਲੀ ਵਿਚਕਾਰਲੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਨੂੰ ਸਫਲਤਾਪੂਰਵਕ ਟੈਸਟ ਕਰ ਲਿਆ ਗਿਆ ਵਾ? ਠੀਕ ਹੈ, ਸਕਸੈਸਫੁਲੀ ਟੈਸਟ ਕਰ ਲਿਆ ਗਿਆ। ਬ੍ਰਹਮੋਸਾ, ਤਰਸ਼ੂਲਾ, ਅਗਨੀਆ ਜਾਂ ਨਾਗਪੁਰਾ? ਸੋ ਇਹੋ ਜਿਹੇ ਕੁਐਸਚਨ ਦੇਖੋ ਸਾਇੰਸ ਐਂਡ ਟੈਕ ਦੇ ਵਿੱਚੋਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਜ਼ਿਆਦਾ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂਗੀ, ਤਾਂ ਇਹੋ ਜਿਹੇ ਕੁਐਸਚਨ ਹੀ ਪੇਪਰ ਦੇ ਵਿੱਚ ਬਣਦੇ ਹੁੰਦੇ ਆ ਜੀ। ਦੱਸੋ ਜੀ ਇਹਦਾ ਕਿਹੜਾ ਆਨਸਰ ਬਿਲਕੁਲ ਸਹੀ ਬਣੇਗਾ ਜੀ? ਇੰਪੋਰਟੈਂਟ ਕੁਐਸਚਨ ਬਣਦਾ ਜੀ, ਇਹਦਾ ਬਣਦਾ ਜੀ ਅਗਨੀ 4। ਅਗਨੀ 4 ਇਹਦਾ ਬਿਲਕੁਲ ਸਹੀ ਆਨਸਰ ਬਣਦਾ ਪਿਆ ਵਾ, ਠੀਕ ਹੈ ਜੀ, ਇਹ ਵਾਲੀ ਟੈਸਟ। ਸੋ ਇਹ ਕਿੱਥੇ ਟੈਸਟ ਫਾਇਰ ਕੀਤੀ ਹੈ ਜੀ? ਜਿਹੜੀ ਆਪਣੀ ਅਗਨੀ 4 ਆ, ਇਹ ਕੀਤੀ ਹੈ ਜੀ ਉੜੀਸਾ ਦੇ ਵਿੱਚ। ਹੁਣ ਇੱਕ ਹੋਰ ਤੁਹਾਨੂੰ ਆਊਗਾ ਕਿ ਬ੍ਰਹਮੋਸ ਮਿਸਾਈਲ ਆ ਜਿਹੜੀ ਬ੍ਰਹਮੋਸ ਆ, ਇਹ ਆਪਣੀ ਕੀਤੀ ਹੈ ਇੰਡੀਆ ਐਂਡ ਰਸ਼ੀਆ ਦੀ ਆ ਪਹਿਲੀ ਗੱਲ, ਠੀਕ ਆ ਜੀ। ਸੋ ਇੱਕ ਪੁੱਛਣਗੇ ਕਿ ਸ਼ਾਹੀਨ ਮਿਸਾਈਲ ਕਿਹਨੇ ਲਾਂਚ ਕੀਤੀ ਹੈ? ਜਿਹੜਾ ਸ਼ਾਹੀਨ, ਇਹ ਕਿਹਦਾ ਪ੍ਰੋਗਰਾਮ ਆ? ਇਹ ਹੈਗਾ ਜੀ ਪਾਕਿਸਤਾਨ ਦਾ। ਬਸ, ਸੋ ਸ਼ਾਹੀਨ ਵੀ ਹੋ ਗਿਆ ਤੇ ਇੱਕ ਬਾਬਰ ਆ, ਬਾਬਰ ਕਿਹਦਾ ਵਾ? ਬਾਬਰ ਵੀ ਪਾਕਿਸਤਾਨ ਦਾ ਗਿਆ, ਠੀਕ ਆ। ਸੋ ਇਹ ਤੁਸੀਂ ਯਾਦ ਕਰ ਸਕਦੇ ਹੋ ਇਹਨਾਂ ਦੇ ਕ੍ਰਿਕਟਰਾਂ ਦੇ ਨਾਮ ਤੋਂ। ਸ਼ਾਹੀਨ ਅਫਰੀਦੀ ਇੱਕ ਕ੍ਰਿਕਟਰ ਦਾ ਨਾਮ ਆ, ਬਾਬਰ ਆਜ਼ਮ ਆ। ਸੋ ਇਹ ਪਾਕਿਸਤਾਨ ਦੇ ਨਾਲ ਤਾਲੁਕਾਤ ਰੱਖਦੀਆਂ ਨੇ। ਸੋ ਗੁਆਂਢੀ ਸੂਬੇ ਦੇ ਵਿੱਚੋਂ ਵੀ ਪੁੱਛ ਸਕਦੇ ਆ। ਪ੍ਰਿਥਵੀ ਪੁੱਛਣਗੇ, ਪ੍ਰਿਥਵੀ ਕਿਹਦੀ ਹੁੰਦੀ ਆ? ਆਪਣੀ ਇੰਡੀਆ ਦੀ ਆ ਜੀ। ਨੈਕਸਟ ਕਰਦੇ ਹਾਂ। ਭਾਰਤ ਦੇ ਕਿਹੜੇ ਹਵਾਈ ਅੱਡੇ ਨੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਅਤੇ 에ਅਰ ਸਾਈਡ ਆਪਰੇਸ਼ਨਾਂ ਤੇ ਸਾਰੇ ਵਾਹਨਾਂ ਨੂੰ ਇਲੈਕਟ੍ਰਿਕ ਵਾਹਨਾਂ ਨਾਲ ਬਦਲਣ ਦਾ ਫੈਸਲਾ ਕੀਤਾ? ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਿੱਲੀ, ਰਾਜੀਵ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੈਦਰਾਬਾਦ, ਕੈਂਪੇ ਗੋਵਡਾ ਇੰਟਰਨੈਸ਼ਨਲ 에ਅਰਪੋਰਟ ਬੈਂਗਲੌਰ? ਸੋ ਇਹਦਾ ਆਨਸਰ ਬਣਦਾ ਜੀ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਆਪਣਾ, ਠੀਕ ਹੈ ਜੀ, ਦਿੱਲੀ। ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ, ਠੀਕ ਹੈ ਜੀ, ਪੇਪਰ ਦੇ ਵਿੱਚ ਇਹੋ ਜਿਹੇ ਕੁਐਸਚਨ ਰਿਪੀਟ ਹੁੰਦੇ ਨੇ। FSSAI ਦੁਆਰਾ ਜਾਰੀ ਕੀਤੀ ਗਈ ਚੌਥੇ ਸਟੇਟ ਜਿਹੜਾ ਫੂਡ ਸੇਫਟੀ ਇੰਡੈਕਸ ਜਾਰੀ ਕੀਤਾ, ਕਿਹੜਾ ਰਾਜ ਸਾਰਿਆਂ ਤੋਂ ਉੱਪਰ ਰਿਹਾ ਵਾ? ਬਿਹਾਰ, ਤਾਮਿਲਨਾਡੂ, ਗੁਜਰਾਤ ਜਾਂ ਪੰਜਾਬ? ਸੋ ਇੱਕ ਹੋਰ ਇੰਪੋਰਟੈਂਟ ਕੁਐਸਚਨ ਤੁਹਾਡੇ ਲਈ ਆ ਗਿਆ ਹੋਇਆ ਜੀ ਇਹ। ਸੋ ਬਿਲਕੁਲ ਸਹੀ ਜੀ, ਇਹਦਾ ਤਾਮਿਲਨਾਡੂ ਬਿਲਕੁਲ ਸਹੀ ਜਾਂਦਾ ਪਿਆ ਵਾ, ਠੀਕ ਆ। ਬਿਗ ਸਟੇਟ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਤਾਮਿਲਨਾਡੂ। ਨੈਕਸਟ ਆਪਾਂ ਕਰਦੇ ਹਾਂ ਜੀ। ਕਿਹੜਾ ਦੇਸ਼ ਵਾਤਾਵਰਨ ਪ੍ਰਦਰਸ਼ਨ ਸੂਚਕ ਅੰਕ 2022 ਵਿੱਚ ਸਿਖਰ ਤੇ ਰਿਹਾ ਵਾ ਜੀ? ਫਿਨਲੈਂਡ ਰਿਹਾ, ਡੈਨਮਾਰਕ ਰਿਹਾ, ਨਾਰਵੇ ਰਿਹਾ, ਸਪੇਨ? ਸੋ ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਬਣਦੇ ਨੇ ਕਿ ਇੰਡੈਕਸ ਪਰਫਾਰਮੈਂਸ। ਸੋ এনवायरमेंट ਆ ਗਿਆ, এনवायरमेंट ਇਸ਼ੂ ਆ ਗਿਆ ਨਾ। ਸੋ ਇਹਦੇ ਵਿੱਚ ਵਧੀਆ ਪਰਫਾਰਮੈਂਸ ਕਿਹਨੇ ਕੀਤੀ ਆ ਜੀ? ਇਹਨੇ। ਸੋ ਇਹਦਾ ਡੈਨਮਾਰਕ ਬਿਲਕੁਲ ਸਹੀ ਬਣਦਾ ਪਿਆ। ਸੋ ਇਹੋ ਜਿਹੇ ਕੁਐਸਚਨ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਆਪਣਾ ਉਹ ਹੁੰਦਾ। ਹੁਣ ਦੇਖੋ ਇਹਦੇ ਵਿੱਚ ਆਪਣੇ ਭਾਰਤ ਦਾ ਰੈਂਕ ਵੀ ਪੁੱਛ ਦੇਣਗੇ ਕਿ ਭਾਰਤ ਦਾ ਰੈਂਕ ਕਿੰਨਾ ਰਿਹਾ। ਬਹੁਤ ਖਸਤਾ ਹਾਲਤ ਰਹੀ ਹੈ ਇਸ ਟਾਈਮ, ਜਿਹੜੀ ਆਪਣੀ ਵਧੀਆ ਪਰਫਾਰਮੈਂਸ ਦੇ ਵਿੱਚ ਹੋ ਰਹੀ ਹੈ ਕਿ ਜਿਹੜੀ ਟੌਪ ਕੀਤਾ ਵਾ ਇਹਨੇ ਡੈਨਮਾਰਕ ਨੇ। ਆਪਣੀ ਕਿੰਨਾਵਾਂ ਰੈਂਕ ਰਿਹਾ ਵਾ? ਇੰਡੀਆ ਦਾ 180ਵਾਂ ਰੈਂਕ ਰਿਹਾ ਵਾ, ਦੇਖ ਲਓ ਹੁਣ ਤੁਸੀਂ। ਸੋ ਇਸੇ ਲਈ এনवायरमेंट ਇਸ਼ੂ ਦਾ ਆਪਣਾ ਉਹ ਆ ਰਿਹਾ ਵਾ। ਸੋ ਬਹੁਤ ਸਾਰੀ ਦਿੱਕਤ ਪਰੇਸ਼ਾਨੀ ਹੋ ਰਹੀ ਹੈ, ਠੀਕ ਹੈ ਜੀ। ਸੋ ਨੈਕਸਟ ਆਪਾਂ ਕਰਦੇ ਹਾਂ ਜੀ। ਸੋ ਬਾਕੀ ਇਹ ਜਿੰਨੇ ਵੀ ਇੰਡੈਕਸ ਜਾਂ ਰੈਂਕ ਨੇ ਨਾ, ਇਹ ਮੈਂ ਤੁਹਾਨੂੰ ਕਰਵਾ ਦਾਂਗਾ, ਠੀਕ ਹੈ ਜੀ, ਅੱਗੇ ਜਾ ਕੇ। ਕਿਹੜੇ ਰਾਜ ਵਿੱਚ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਕਿਸ ਰਾਜ ਸਰਕਾਰ ਨੇ ਖਿਡਾਰੀਆਂ ਲਈ ਸ਼ੁਰੂ ਕੀਤਾ ਹੈ? ਰਾਜਸਥਾਨ, ਮਹਾਰਾਸ਼ਟਰ, ਕਰਨਾਟਕਾ ਜਾਂ ਉੜੀਸਾ? ਦੱਸੋ ਜੀ ਕਿਹੜੀ ਮਤਲਬ ਹੈ ਇਹਨਾਂ ਨੇ ਰਾਜੀਵ ਗਾਂਧੀ ਖੇਲ ਰਤਨ ਰਾਜ ਸਰਕਾਰ ਦਾ, ਠੀਕ ਹੈ, ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤਾ ਗਿਆਗਾ, ਰਾਜ ਸਰਕਾਰ ਵੱਲੋਂ ਦਿੱਤਾ ਗਿਆ ਵਾ। ਦੱਸੋ ਜੀ। ਸੋ ਇਹਦਾ ਬਿਲਕੁਲ ਸਹੀ ਆਨਸਰ ਬਣਦਾ ਜੀ ਰਾਜਸਥਾਨ ਨੇ ਸ਼ੁਰੂ ਕੀਤਾ ਵਾ, ਠੀਕ ਆ। ਸੋ ਹੁਣ ਆਪਾਂ ਰੀਸੈਂਟਲੀ ਅਗਰ ਆਪਾਂ ਗੱਲ ਕਰੀਏ ਤਾਂ ਆਪਾਂ 50 ਕੁਐਸਚਨ ਕਰ ਰਹੇ ਆ। ਇਹ ਕੁਐਸਚਨ ਸੀਗੇ ਜੀ 1 ਜੂਨ ਤੋਂ ਲੈ ਕੇ 10 ਜੂਨ ਤੱਕ, ਠੀਕ ਹੈ ਜੀ। ਹੁਣ ਆਪਾਂ ਨੈਕਸਟ ਸੰਡੇ ਆਪਾਂ 11 ਜੂਨ ਤੋਂ 20 ਜੂਨ ਤੱਕ ਕਰਾਂਗੇ, ਠੀਕ ਆ। ਫਿਰ ਉਸ ਤੋਂ ਬਾਅਦ ਜਾਣੀ ਕਿ ਆਪਾਂ ਬਹੁਤ ਜਲਦੀ, ਜਿੱਦਾਂ ਕਿ 31 ਜੁਲਾਈ ਤੱਕ ਜੇਕਰ ਆਪਾਂ ਟਾਰਗੇਟ ਰੱਖੀਏ
31 ਜੁਲਾਈ ਤੱਕ ਆਪਾਂ 31 ਜੁਲਾਈ ਤੱਕ ਦੇ ਸਾਰੇ ਟੌਪ 50 10 ਦਿਨ ਦੇ ਕਰਕੇ ਨਿਬੇੜ ਦੇਵਾਂਗੇ। ਫਿਰ ਉਸ ਤੋਂ ਬਾਅਦ ਮੰਨ ਲਓ 1 ਅਗਸਤ ਤੋਂ ਆਪਣੇ ਲਗਾਤਾਰ ਰੈਗੂਲਰ ਚਾਲੂ ਹੋ ਜਾਣਗੇ, ਜਿਹੜੇ ਕਿ ਵੀਕਲੀ, ਜਿਹੜੇ ਕਿ 7 ਦਿਨਾਂ ਬਾਅਦ ਹੋਣਗੇ। ਠੀਕ ਆ, ਚਾਹੇ ਕੁਐਸਚਨ ਇੰਪੋਰਟੈਂਟ ਆਪਾਂ ਦੇਖਣੇ ਨੇਗੇ, ਚਾਹੇ 50 ਬਣ ਜਾਣ, 55 ਬਣ ਜਾਣ, ਚਾਹੇ 40 ਬਣ ਜਾਣ। ਠੀਕ ਆ, 10 ਦਿਨ ਦੇ ਜਾਂ ਵੀਕਲੀ। ਉਸ ਤੋਂ ਬਾਅਦ ਆਪਾਂ ਜਦੋਂ ਆਪਾਂ ਨਾਲ ਰਲ ਗਏ, ਜੁਲਾਈ ਦੇ ਬਿਲਕੁਲ ਨਾਲ ਰਲ ਗਏ, ਉਸ ਤੋਂ ਬਾਅਦ ਆਪਾਂ ਵੀਕਲੀ ਹਰੇਕ ਸੰਡੇ ਸ਼ੁਰੂ ਕਰ ਦਾਂਗੇ। ਫਿਲਹਾਲ ਆਪਾਂ 10 ਦਿਨ ਦੇ ਹਰੇਕ ਸੰਡੇ ਕਰਾਂਗੇ, ਤਾਂ ਹੀ ਆਪਣਾ ਨਾਲ ਮਿਲਾਂਗੇ। ਠੀਕ ਆ, ਜਾ ਕੇ। ਸੋ ਠੀਕ ਆ ਜੀ, ਧੰਨਵਾਦ ਜੀ। ਮਿਲਦੇ ਆ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ। ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਵਾ, ਠੀਕ ਆ, ਕਿਉਂਕਿ ਇੰਪੋਰਟੈਂਟ ਹੀ ਕੁਐਸਚਨ ਮੈਂ ਲੈ ਕੇ ਆਇਆ। ਬਾਕੀ ਅਗਰ ਤੁਸੀਂ ਕੋਈ ਮੈਗਜ਼ੀਨ ਵੀ ਫੋਲੋ ਕਰ ਰਹੇ ਹੋ ਜਾਂ ਕੁਝ ਅਲੱਗ ਤੋਂ ਕੋਈ ਹੋਰ ਚੈਨਲ ਸੋਰਸ ਵੀ ਫੋਲੋ ਕਰ ਰਹੇ ਹੋ, ਤਾਂ ਉਹਦੇ ਤੋਂ ਵੀ ਤੁਸੀਂ ਕਰਦੇ ਰਹੋ। ਠੀਕ ਆ ਜੀ। ਸੋ ਇਹਦੇ ਵਿੱਚੋਂ ਕੁਐਸਚਨ ਪੁੱਛੇ ਜਾਣ ਦੀ ਇਸ ਵਾਰ ਸੰਭਾਵਨਾ ਹੈਗੀ ਆ, ਜਿਹੜੀ ਕਿ ਪਹਿਲਾਂ ਘੱਟ ਪੁੱਛੇ ਗਏ ਸੀ 2021 'ਚ, ਕਿਉਂਕਿ ਇਸ ਵਾਰ ਵੇਟੇਜ ਜ਼ਿਆਦਾ ਆ। ਧੰਨਵਾਦ ਜੀ। ਮਿਲਦੇ ਆ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ।